कि सरकार आनी जानी चीज़ है। लोगों नाल तुसीं लंबे वरतने पार्टियां ने असीं 100 साल जब साडी पार्टी नूं हो गया इसे करके चल रही है कि जिहड़ी गल असीं कहने वो पूरी करते हैं, झूठ असीं मारते नहीं, क्योंकि लोगों नूं इस गल का पता होंदा कि जे इस पार्टी ने गल कही है तो पूरी करेगी। कांग्रेसियां ने नवां काम फड़िया सी, आप जवाब लै लैणगे लोग। ਹੁਣ ਕਿਸਾਨੀ ਦੇ ਉੱਤੇ ਵੀ ਜਿਹੜਾ ਬਹੁਤ ਕਰਜ਼ਾ ਸੀ, ਕਿਸਾਨਾਂ ਉੱਤੇ ਜ਼ਿਮੀਂਦਾਰਾਂ ਉੱਤੇ ਬਹੁਤ ਜਿਹੜੇ ਡਿਫਾਲਟਰ ਕਿਸਾਨ ਬਣੇ ਹੋਏ ਸੀ, ਜ਼ਿਆਦਾਤਰ ਜਿਹੜੇ ਕਿਸਾਨ ਡਿਫਾਲਟਰ ਦੇ ਘੋਸ਼ਿਤ ਕੀਤੇ ਗਏ ਨੇ। ਹੁਣ ਬਹੁਤ ਵੱਡਾ ਆਪਾਂ ਦੇਖੀਏ ਤਾਂ ਕਰਜ਼ਾ ਆ, ਜੇ ਤੁਹਾਡੀ ਸਰਕਾਰ ਆਉਂਦੀ ਉਹ ਕਰਜ਼ਾ ਮਾਫ ਕੀਤਾ ਜਾਵੇਗਾ। ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ, ਜੋ ਮੈਨੀਫੈਸਟੋ 'ਚ ਲਿਖਿਆ ਹੋਇਆ ਉਹ ਪੂਰਾ ਕਰਕੇ ਦਿਖਾਵਾਂਗੇ। ਪਰ ਜੇ ਅੱਜ ਮੈਂ ਆਖਾਂ ਵੀ ਅਸੀਂ ਇਹ ਐਲਾਨ ਕਰਦੇ ਹਾਂ, ਇਹ ਤਾਂ ਇੱਕ ਕੋਈ ਸਿਆਸੀ ਸ਼ਗੂਫਾ ਹੋ ਗਿਆ। ਸ਼ਗੂਫੇ ਨਾ ਸਾਡੀ ਪਾਰਟੀ ਦਾ ਕੋਈ ਬੁਲਾਰਾ ਛੱਡੂਗਾ। ਜੇ ਕਿਸਾਨੀ ਵਿੱਚ ਇੱਕ ਫਰੰਟ ਨਿਕਲਦਾ ਤਾਂ ਕਿਤੇ ਨਾ ਕਿਤੇ ਨੁਕਸਾਨ ਦੇਖਣਾ ਪੈ ਸਕਦਾ ਸ਼੍ਰੋਮਣੀ। ਫਰੰਟ ਬੜੇ ਬਣਦੇ ਆਏ ਆ ਪੰਜਾਬ ਦੇ ਵਿੱਚ। ਪਿਛਲੇ ਵਾਰੀ ਜਿੰਨੀ ਤਾਂ ਲਹਿਰ ਮੇਰੇ ਖਿਆਲ ਹੈ ਕਿ ਕਿਤੇ ਵੀ ਨਹੀਂ ਹੋ ਸਕਦੀ ਜਿੰਨੀ ਪਿਛਲੇ ਵਾਰੀ ਆਮ ਆਦਮੀ ਪਾਰਟੀ ਦੀ ਸੀ, ਤੇ ਕਹਿੰਦੇ ਸੀ 100 ਸੀਟ ਜਿੱਤਾਂਗੇ, 100 ਦੇ ਵਿੱਚੋਂ 20 ਜਿੱਤੇ, 20 ਚੋਂ ਅੱਜ ਮੇਰੇ ਖਿਆਲ 11-12 ਹੀ ਰਹਿ ਗਏ ਆ, ਅੱਡੋ-ਅੱਡੀ ਭੱਜੇ ਫਿਰਦੇ ਆ। ਅੱਜ ਤੁਸੀਂ ਕਿਸੇ ਥਾਣੇ ਚੱਲ ਜਾਓ, ਕਿਸੇ ਕਚਹਿਰੀ ਚੱਲ ਜਾਓ, ਜਿੱਥੇ ਕਿਤੇ ਵੀ ਚੱਲ ਜਾਓਗੇ, ਹਾਲਾਤ ਇਹ ਬਣੇ ਹੋਏ ਆ ਕਿ ਤੁਹਾਡੀਆਂ ਜੇਬਾਂ ਨੂੰ ਪੱਟਣ ਨੂੰ ਪੈਂਦੇ ਆ। ਕੰਮ ਕੋਈ ਸਿਰੇ ਤੱਕ ਨਹੀਂ ਚੜ੍ਹਦਾ, ਕੋਈ ਸੁਣਨ ਵਾਲਾ ਹੀ ਹੈ ਨਹੀਂ। ਅੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਰਪੰਚ ਲੈਵਲ ਦਾ ਬੰਦਾ ਜਾ ਵੜਦਾ ਤੇ ਉਹ ਵੀ ਕੰਮ ਕਰਾ ਸਕਦਾ ਸੀ। ਇਹਨਾਂ ਦੇ ਐਮਐਲਏ ਸਵਾਏ ਪੈਸੇ ਲੁੱਟਣ ਤੋਂ ਹੋਰ ਕੋਈ ਕੰਮ ਨਹੀਂ ਕਰਦੇ। ਅੱਜ ਜੋ ਐਲਾਨ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਸਭਾ 4 ਸਾਲਾਂ ਬਾਅਦ ਕਿ ਜੇ ਕੋਈ ਨਸ਼ੇ ਵਾਲੇ ਨੂੰ ਫੜਾਊਗਾ ਅਸੀਂ ਆਹ ਇਨਾਮ ਦੇਵਾਂਗੇ, ਤੇ ਭਾਈ 4 ਹਫ਼ਤਿਆਂ ਦਾ ਵਾਅਦਾ ਕੀਤਾ ਸੀ, ਉਦੋਂ ਦੇ ਸੁੱਤੇ ਪਏ ਹੋ ਤੁਸੀਂ। ਅੱਜ ਵੋਟਾਂ ਆ ਗਈਆਂ ਤਾਂ ਤੁਹਾਨੂੰ ਇਹ ਗੱਲਾਂ ਯਾਦ ਆ ਗਈਆਂ। ਜਿਹੜੀਆਂ 124 ਜਾਂ 127 ਬੇਅਦਬੀਆਂ ਇਸ ਸਰਕਾਰ ਦੇ ਦੌਰਾਨ ਹੋ ਗਈਆਂ, ਕੀ ਸਾਡੇ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਆਸਥਾ ਘੱਟ ਸੀਗੀ? ਇਸ ਕਰਕੇ ਇਸ ਮੁੱਦੇ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬੇਅਦਬੀ ਹੁੰਦੀ ਹੈ ਜਾਂ ਕੋਈ ਘਟਨਾ ਹੁੰਦੀ ਹੈ ਤੇ ਸਾਨੂੰ ਉਹਦੇ ਤੇ ਉਲਟਾ ਇਹ ਲੋਕ ਸਿਆਸਤ ਕਰਦੇ ਆ। ਸਿਆਸਤ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਪਹਿਲਾਂ ਹੀ ਅਰਦਾਸ ਕੀਤੀ ਹੈ ਕਿ ਹੇ ਗੁਰੂ ਮਹਾਰਾਜ, ਜਿਹਨੇ ਬੇਅਦਬੀ ਕੀਤੀ ਹੈ ਕੋਈ ਉਹਦਾ ਵੀ ਕੱਖ ਨਾ ਰਹੇ, ਜਿਹਨੇ ਕਰਵਾਈ ਹੈ ਉਹਦਾ ਵੀ ਕੱਖ ਨਾ ਰਹੇ, ਤੇ ਜਿਹੜਾ ਇਹਦੇ ਤੇ ਸਿਆਸਤ ਕਰੇ ਪਰਮਾਤਮਾ ਉਹਦਾ ਵੀ ਕੱਖ ਨਾ ਰਹੇ। ਕੁੰਵਰ ਵਿਜੇ ਪ੍ਰਤਾਪ ਕੋਲੇ 4.25 ਸਾਲ ਦਾ ਕੱਲਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਇਨਕੁਆਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤਾਂ ਇਨਕੁਆਰੀ ਹੈ ਨਹੀਂ ਇਹਦੇ ਕੋਲੇ। ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਸਿਰਫ ਸਿਆਸਤ ਕਰਨੀ ਹੈ। ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰ ਲੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿੱਥੇ ਮਰਜ਼ੀ ਆ ਕੇ ਇਲੈਕਸ਼ਨ ਲੜ ਲੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਘੱਟੋ ਘੱਟ ਸਰਕਾਰੀ ਅਫਸਰ ਕਦੇ ਵੀ ਇਸ ਤਰ੍ਹਾਂ ਪੋਲੀਟੀਕਲ ਜਿਹੜੀਆਂ ਇੰਟਰੂਆਂ ਜਾਂ ਪੋਲੀਟੀਕਲ ਕਿਸੇ ਨੂੰ ਨਿਸ਼ਾਨਾ ਬਣਾ ਕੇ ਜਿਹੜਾ ਉਹ ਨਹੀਂ ਚੱਲ ਸਕਦਾ, ਜਿਹੜਾ ਕੁੰਵਰ ਵਿਜੇ ਪ੍ਰਤਾਪ ਚੱਲਦਾ ਰਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ। ਉਮੀਦ ਕਰਦਾ ਦਰਸ਼ਕੋ ਤੁਸੀਂ ਠੀਕ ਠਾਕ ਹੋਵੋਗੇ। ਕਰੋਨਾ ਦੇ ਇਸ ਮਹਾਕਾਲ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਤੰਦਰੁਸਤ ਹੋਵੋਗੇ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਰਹੇ ਹੋਵੋਗੇ। 22 ਦੀ ਚੋਣਾਂ ਦੀ ਗੱਲ ਕਰੀਏ ਤਾਂ 22 ਦੀ ਚੋਣਾਂ ਹੁਣ ਤਕਰੀਬਨ ਜਿਹੜੀਆਂ ਨੇ ਉਹ ਦਰ 'ਤੇ ਖੜੀਆਂ ਨੇ। 8-9 ਮਹੀਨੇ ਦਾ ਸਮਾਂ ਰਹਿ ਗਿਆ ਹੈ ਕਿ ਜਿਹੜਾ ਚੋਣ ਪ੍ਰਚਾਰ ਵੀ ਜਿਹੜਾ ਹੁਣ ਲਗਾਤਾਰ ਚੱਲ ਰਿਹਾ ਹੈ। ਕੈਂਪੇਨਿੰਗ ਜਿਹੜੀ ਹੈ ਲਗਾਤਾਰ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੈਸ ਕਾਨਫਰੰਸਾਂ ਜਿਹੜੀਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਆਰਗੇਨਾਈਜ਼ ਕੀਤੇ ਜਾ ਰਹੀਆਂ ਨੇ। ਗਰਮਾਹਟ ਦੇਖੀਏ ਤਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਲਗਾਤਾਰ ਜਿਹੜੀ ਤੰਜ ਕਸੀ ਜਾ ਰਹੀ ਹੈ ਇੱਕ ਦੂਜੇ ਦੇ ਪ੍ਰਤੀ, ਆਪਾਂ ਦੇਖ ਸਕਦੇ ਹਾਂ। ਉੱਥੇ ਜੇ ਗੱਲ ਕਰੀਏ ਤਾਂ ਬੇਅਦਬੀ ਮਾਮਲੇ ਦੀ, ਤਾਂ ਬੇਅਦਬੀ ਮਾਮਲੇ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਫੇਰ ਤੋਂ ਇੱਕ ਬਹੁਤ ਵੱਡਾ ਉਛਾਲ ਮਿਲਿਆ ਹੈ। ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਗਿਆ, ਕਿਤੇ ਨਾ ਕਿਤੇ ਵੱਖ-ਵੱਖ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਸਵਾਲ ਸੀਗੇ, ਜਿਹੜੇ ਪੁੱਛਣਾ ਚਾਹੁੰਦੇ ਸੀਗੇ। ਅੱਜ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਚਰਨਜੀਤ ਸਿੰਘ ਬਰਾੜ ਜੀ ਸਾਡੇ ਨਾਲ ਮੌਜੂਦ ਹੋਣਗੇ। ਸਭ ਤੋਂ ਪਹਿਲਾਂ ਆਪਾਂ ਸਰ ਦਾ ਸਵਾਗਤ ਕਰਦੇ ਹਾਂ। ਸਰ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਧੰਨਵਾਦ। ਸਭ ਤੋਂ ਪਹਿਲਾ ਸਵਾਲ ਸਰ ਇਹ ਹੋਊਗਾ, ਜਿਵੇਂ ਵੀ ਚੋਣਾਂ ਕੋਲ ਆਉਂਦੀਆਂ ਨੇ, ਚਾਹੇ 22 ਦੀਆਂ ਹੁਣ ਚੋਣਾਂ ਜਿਹੜੀਆਂ ਬਿਲਕੁਲ ਨਜ਼ਦੀਕ ਨੇ, 8-9 ਮਹੀਨੇ ਦਾ ਜਿਹੜਾ ਸਮਾਂ ਰਹਿ ਗਿਆ ਬਹੁਤ ਘੱਟ ਹੈ, ਕਿਉਂਕਿ ਕਰੋਨਾ ਦਾ ਹੁਣ ਮਹਾਕਾਲ ਵੀ ਚੱਲ ਰਿਹਾ ਹੈ। ਦੇਖਿਆ ਜਾਵੇ ਤਾਂ ਹੁਣ ਕੈਂਪੇਨ ਜਿਹੜੇ ਜ਼ਿਆਦਾਤਰ ਡਿਜੀਟਲੀ ਹੋਣ ਵਾਲੇ ਨੇ। ਉੱਥੇ ਜੇ ਮੈਂ ਗੱਲ ਕਰਾਂ ਤਾਂ ਕੁਝ ਮਾਮਲੇ ਐਸੇ ਹੁੰਦੇ ਨੇ ਵੀ ਜਿਹੜੇ ਅਕਸਰ ਜਿਹੜੇ ਨੇ ਸਿਰਫ ਚੋਣਾਂ ਦੇ ਪ੍ਰਤੀ ਜਿਹੜੇ ਚੱਕੇ ਜਾਂਦੇ ਨੇ। ਜੇ ਬਾਅਦ ਦੀ ਗੱਲ ਕਰੀਏ ਤਾਂ ਉਹ ਜਿਹੜੇ ਮਾਮਲੇ ਬਹਿਸ ਇੱਕ ਸੁਪਨਾ ਹੀ ਬਣ ਕੇ ਰਹਿ ਜਾਂਦੇ ਨੇ, ਬਾਅਦ ਵਿੱਚ ਉਹਨਾਂ ਦੇ ਉੱਤੇ ਗੱਲਬਾਤ ਕਿਉਂ ਨਹੀਂ ਹੁੰਦੀ? ਦੇਖੋ, ਇੱਕ ਗੱਲ ਹੈ ਕਿ ਜਦੋਂ ਸਿਰਫ ਰਾਜਨੀਤੀ ਕਰਨੀ ਹੋਵੇ ਔਰ ਲੋਕਾਂ ਦੇ ਦਿਮਾਗ ਨਾਲ ਖੇਡਣਾ ਹੋਵੇ ਤਾਂ ਮੇਰੇ ਖਿਆਲ ਹੈ ਕੰਮਾਂ ਦੀ ਗੱਲ ਨਹੀਂ ਹੁੰਦੀ, ਤੇ ਸਿਰਫ ਜਿਹੜਾ ਹੈਗਾ ਧਾਰਮਿਕ ਤੌਰ ਤੇ ਲੋਕਾਂ ਦਾ ਧਿਆਨ ਜਿਹੜਾ ਜਾਂ ਦਿਮਾਗ ਜਿਹੜਾ ਉਹ ਡਾਈਵਰਟ ਕੀਤਾ ਜਾਂਦਾ ਹੈ। ਅੱਜ 4.25 ਸਾਲ ਸਰਕਾਰ ਦੇ ਪੂਰੇ ਹੋ ਗਏ ਔਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਲੋਕਾਂ ਨਾਲ ਵਾਅਦੇ ਕੀਤੇ ਸੀ ਵੋਟਾਂ ਦੇ, ਗੁਟਕਾ ਸਾਹਿਬ ਹੱਥ 'ਚ ਫੜ ਕੇ ਪੂਰਨ ਕਰਜ਼ਾ ਮਾਫੀ ਦਾ ਕੀਤਾ ਸੀ, ਘਰ ਨੌਕਰੀ ਦਾ ਕੀਤਾ ਸੀ, ਜਾਂ ਉਦੋਂ ਤੱਕ 2500 ਭੱਤੇ ਦਾ ਦਿੱਤਾ ਸੀ, 2500 ਪੈਨਸ਼ਨ ਦਾ ਕੀਤਾ ਸੀ, 51000 ਸ਼ਗਨ ਦਾ ਕੀਤਾ ਸੀ, ਮੁਲਾਜ਼ਮਾਂ ਨਾਲ DA ਸਾਰਾ ਲਾਗੂ ਜਾਰੀ ਕਰਨ ਤੇ 6ਵਾਂ ਪੇ ਕਮਿਸ਼ਨ ਲਾਗੂ ਕਰਨ ਦਾ ਕੀਤਾ ਸੀ। ਇਸ ਤਰ੍ਹਾਂ ਦੇ ਸਾਰੇ ਵਰਗਾਂ ਨਾਲ ਗੁਟਕਾ ਸਾਹਿਬ ਹੱਥ 'ਚ ਫੜ ਕੇ ਵਾਅਦੇ ਕੀਤੇ ਸੀ। ਇਹਦੇ ਨਾਲ ਹੀ ਬੇਅਦਬੀ ਦਾ ਵੀ ਕਿਹਾ ਸੀ ਕਿ ਅਸੀਂ ਤੁਰੰਤ ਹੱਲ ਕਰਾਂਗੇ ਔਰ 4 ਹਫ਼ਤਿਆਂ 'ਚ ਨਸ਼ਾ ਵੀ ਖਤਮ ਕਰਾਂਗੇ। ਸਾਰੀਆਂ ਗੱਲਾਂ ਇੱਕ 100 ਦਿਨਾਂ ਦਾ ਕੈਲੰਡਰ ਬਣਾ ਕੇ ਜਾਰੀ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਔਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਕਿ ਮੈਂ ਆਹ ਗੱਲ ਪੂਰੀ ਕਰਾਂਗੇ। ਪਰ ਅੱਜ 4.25 ਸਾਲ ਹੋ ਗਏ ਹੈ, ਇਲੈਕਸ਼ਨ ਦੇ ਨੇੜੇ ਆਪਾਂ ਆ ਗਏ ਹਾਂ। ਜਿਸ ਤਰ੍ਹਾਂ ਤੁਸੀਂ ਵੀ
ਹੁਣੇ ਗੱਲ ਕੀਤੀ ਹੈ 2022 ਦੇ ਇਲੈਕਸ਼ਨ ਦੀ, ਤੇ ਅੱਜ ਤੱਕ ਵਾਅਦੇ ਕੋਈ ਵਫਾ ਨਹੀਂ ਹੋਏ, ਵਾਅਦੇ ਕੋਈ ਪੂਰੇ ਨਹੀਂ ਕੀਤੇ। ਤੇ ਜਦੋਂ ਪਤਾ ਹੈ ਕਿ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਲੋਕਾਂ ਦੇ ਦਿਮਾਗ ਨਾਲ, ਜਿਵੇਂ ਪਿਛਲੇ ਵਾਰੀ ਖੇਡੇ ਸੀਗੇ, ਪਿਛਲੇ ਵਾਰੀ ਵੀ ਪ੍ਰਸ਼ਾਂਤ ਕਿਸ਼ੋਰ ਨੇ ਵੱਡੇ ਵੱਡੇ ਝੂਠ ਬੁਲਵਾਏ ਔਰ ਐਸੇ ਚੀਜ਼ ਨੂੰ ਮੂਹਰੇ ਰੱਖਿਆ, ਬੇਅਦਬੀ ਨੂੰ ਜਾਂ ਨਸ਼ਿਆਂ ਦੇ ਮੁੱਦੇ ਨੂੰ, ਤਾਂ ਉਹ ਦੁਬਾਰਾ ਫਿਰ ਉਹੀ ਜਿਹੜੀਆਂ ਗੱਲਾਂ ਉਹ ਲੋਕਾਂ ਦੇ ਦਿਮਾਗ ਤੇ ਅਸਰ ਪਾਉਣ ਲਈ ਫਿਰ ਕੱਢ ਲਈਆਂ ਗਈਆਂ, ਤਾਂ ਕਿ ਲੋਕ ਭੁੱਲ ਕੇ, ਜਦੋਂ ਧਾਰਮਿਕ ਮਸਲੇ ਭਾਰੂ ਹੋ ਜਾਂਦੇ ਆ ਤਾਂ ਲੋਕ ਕੰਮਾਂ ਦੀ ਗੱਲ ਭੁੱਲ ਜਾਂਦੇ ਆ। ਇਹਨਾਂ ਨੇ ਇਹੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਮੇਰੇ ਖਿਆਲ ਸਿਖਾਇਆ ਕਿ ਸਿਰਫ ਤੇ ਸਿਰਫ ਧਾਰਮਿਕ ਤੌਰ ਤੇ ਲੋਕਾਂ ਦੇ ਦਿਮਾਗ ਨਾਲ ਖੇਡੋ ਔਰ ਜਿਹੜੇ ਲੋਕ ਆਪਣੀਆਂ ਮੰਗਾਂ ਹੈ, ਆਪਣੇ ਕੰਮ ਹੈ ਜਿਹੜੇ ਉਹ ਭੁੱਲ ਜਾਣ। ਨਹੀਂ, ਲੋਕ ਜੇ ਬਿਆਨਾਂ ਦੀ ਮੈਂ ਗੱਲ ਕਰਾਂ ਤਾਂ ਬਿਆਨ ਕਾਫੀ ਪਾਰਟੀਆਂ ਵੱਲੋਂ ਵੀ ਆਉਂਦੇ ਨੇ, ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਾਫੀ ਬਿਆਨ ਕੀਤੇ ਜਾਂਦੇ ਨੇ ਕਿ ਵੀ ਜਿਹੜੇ ਐਸਸੀ ਬੱਚੇ ਜਿਹੜੇ ਉਹਨਾਂ ਦੇ ਜਿਹੜੀ ਸਕਾਲਰਸ਼ਿਪ ਜਿਹੜੀ ਪੰਜਾਬ ਸਰਕਾਰ ਵੱਲੋਂ ਰੋਕੀ ਗਈ, ਕੈਪਟਨ ਸਰਕਾਰ ਵੱਲੋਂ ਰੋਕੀ ਗਈ ਸੀਗੀ, ਉਹਨਾਂ ਨੂੰ ਅਸੀਂ ਜੇ ਸਾਡੀ ਸਰਕਾਰ ਬਣ ਜਾਂਦੀ ਤਾਂ ਅਸੀਂ ਪੂਰਨ ਤੌਰ ਤੇ ਲਾਗੂ ਕਰ ਦੇਵਾਂਗੇ। ਵੀ ਖਾਸ ਤੌਰ 'ਤੇ ਸਵਾਲ ਮੇਰਾ ਇਹ ਹੋਗਾ ਵੀ ਜਦ ਵੋਟਾਂ ਨਜ਼ਦੀਕ ਆ ਰਹੀਆਂ ਨੇ ਹੁਣ ਵੀ ਹੁਣੀ ਇਹ ਦਲਿਤ ਭਾਈਚਾਰੇ ਦੇ ਪ੍ਰਤੀ ਇੰਨਾ ਪਿਆਰ ਕਿਉਂ ਜਾਗ ਰਿਹਾ? ਦੇਖੋ, ਮੈਂ ਇੱਕ ਬੇਨਤੀ ਕਰਾਂ, ਜੇ ਤੁਸੀਂ ਸਾਡਾ ਪਿਛਲਾ ਮੈਨੀਫੈਸਟੋ ਚੱਕੋਗੇ ਨਾ, ਜਿਹੜਾ 2012 ਦੀ ਸਰਕਾਰ ਬਣਨ ਵੇਲੇ ਵਾਲਾ ਸੀ, ਇੱਕ ਵੀ ਵਾਅਦਾ ਐਸਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ। ਇੱਕ ਵਾਅਦਾ ਛੱਡਿਆ ਸੀ ਜਿਹੜਾ ਬੱਚਿਆਂ ਨੂੰ ਅਸੀਂ ਕਿਹਾ ਸੀਗਾ ਕਿ ਉਹ ਦੇਵਾਂਗੇ ਲੈਪਟਾਪ ਵਗੈਰਾ, ਜਾਂ ਜਿਹੜੇ ਕੀ ਉਹਨੂੰ ਟੈਬਲੇਟ ਬੋਲਦੇ ਆ ਉਹ ਦੇਵਾਂਗੇ। ਉਹਦੇ ਇਵਜ਼ ਦੇ ਵਿੱਚ ਸਾਡੀ ਸਰਕਾਰ ਨੇ ਹਰੇਕ ਸਕੂਲ ਦੇ ਵਿੱਚ ਜਿਹੜੀ ਆ ਉਹ ਹਾਈਟੈਕ ਇੱਕ ਲੈਬ ਬਣਾ ਕੇ ਦਿੱਤੀ, ਕੰਪਿਊਟਰ ਲਾ ਕੇ ਦਿੱਤੇ, ਦੂਜਾ ਤੀਜਾ, ਉਹਦੀ ਵਜ੍ਹਾ ਕਰਕੇ ਉਹਦਾ ਬਦਲ ਦਿੱਤਾ ਸੀ। ਵਰਨਾ ਸਾਡਾ ਮੈਨੀਫੈਸਟੋ ਚੱਕ ਲਓ, ਜਿਹੜੀਆਂ ਚੀਜ਼ਾਂ ਮੈਨੀਫੈਸਟੋ 'ਚ ਨਹੀਂ ਵੀ ਕਹੀਆਂ ਸੀ, ਅਸੀਂ ਉਹ ਵੀ ਜਿਹੜੀਆਂ ਹੈਗੀਆਂ ਉਦੋਂ ਵੱਧ ਜਿਹੜੇ ਕੀਤੇ, ਇੱਕ ਵੀ ਵਾਅਦਾ ਅਸੀਂ ਛੱਡਿਆ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਤੁਹਾਡੇ ਸਾਹਮਣੇ ਹੀ ਹੈ, ਮੈਂ ਤੁਹਾਨੂੰ ਪੁੱਛ ਲੈਣਾ, ਤੁਸੀਂ ਵੱਖਰੋ ਵੱਖਰੇ ਇਲਾਕਿਆਂ 'ਚੋਂ ਆਉਂਦੇ ਹੋਵੋਗੇ, ਸੁਣਨ ਵਾਲੇ ਸਰੋਤੇ ਸੁਣ ਦੇਣਗੇ, ਇਹ ਕਹਿ ਰਹੇ ਆ ਕਿ ਅਸੀਂ 18 ਲੱਖ ਬੱਚੇ ਨੂੰ ਨੌਕਰੀ ਦੇਤੀ। ਕੀ 52 ਲੱਖ ਪੰਜਾਬ ਦੇ ਵਿੱਚ ਘਰ ਹੈ, 18 ਮਤਲਬ ਤੀਜਾ ਹਿੱਸਾ, ਹਰ ਤੀਜੇ ਘਰ ਦੇ ਵਿੱਚ ਇੱਕ ਨੌਕਰੀ ਮਿਲ ਗਈ। ਹਰ ਪਿੰਡ ਦੇ ਵਿੱਚ ਜੇ 600 ਬੱਚਾ ਜਾਂ 400 ਬੱਚਾ ਜਾਂ 300 ਬੱਚਾ ਹੀ ਮੰਨ ਲਓ ਕਿਸੇ ਪਿੰਡ ਦੇ ਵਿੱਚ ਨੌਜਵਾਨ ਹੈਗਾ, ਕੀ 100 ਬੱਚਿਆਂ ਨੂੰ ਨੌਕਰੀ ਮਿਲ ਗਈ? ਜਾਂ ਪੂਰਨ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਜਦੋਂ ਕਹਿੰਦੇ ਸੀ ਆੜਤੀਆਂ ਦਾ, ਬੈਂਕਾਂ ਦਾ, ਕੋਆਪਰੇਟਿਵ ਬੈਂਕਾਂ ਦਾ, ਤੁਹਾਨੂੰ ਯਾਦ ਹੋਣਾ, ਹਿੱਕ ਤੇ ਹੱਥ ਮਾਰ ਕੇ ਕੈਪਟਨ ਸਾਹਿਬ ਨੇ ਕਿਹਾ ਸੀ, ਕੀ ਤੁਹਾਡੇ ਕਿਸੇ ਵੀ ਇੱਕ ਬੰਦੇ ਦਾ ਵੀ ਪੂਰਨ ਕਰਜ਼ਾ ਮਾਫੀ ਹੋਈ? ਸਵਾਏ ਸੁਸਾਇਟੀਆਂ ਦੇ ਜਾਂ ਕੋਆਪਰੇਟਿਵਾਂ ਦੇ ਕੁਛ ਨਾ ਕੁਛ ਕਰਤੇ ਹੈ। ਕੁੱਲ 45-4600 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਫ ਹੋਇਆ, ਤੇ ਮੇਰੇ ਖਿਆਲ 8-10 ਹਜ਼ਾਰ ਕਰੋੜ ਰੁਪਏ ਦੇ ਕੇ 12,000 ਕਰੋੜ ਰੁਪਏ ਦੇ ਉਲਟਾ ਲੋਕਾਂ ਨੂੰ ਉਡੀਕਦਿਆਂ ਨੂੰ ਵਿਆਜ ਪੈ ਗਏ। ਉਲਟਾ ਮਹਿੰਗੀ ਤੋਂ ਦਾੜੀ ਨਾਲੋਂ ਮੁੱਛਾਂ ਵਧਣ ਵਾਲੀ ਗੱਲ ਹੋ ਗਈ ਸੀ। ਇਸ ਕਰਕੇ ਮੈਂ ਤਾਂ, ਸਾਡੀ ਪਾਰਟੀ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣ ਮੈਨੀਫੈਸਟੋ ਇੱਕ ਡਾਕੂਮੈਂਟ, ਕਾਨੂੰਨ ਡਾਕੂਮੈਂਟ ਬਣੇ। ਜਿਹੜੀ ਪਾਰਟੀ ਵਾਅਦਾ ਪੂਰਾ ਨਾ ਕਰੇ ਤਾਂ ਉਹ ਫਿਰ ਆਪੇ ਜਾਂ ਤਾਂ 6 ਸਾਲ ਲਈ, 12 ਸਾਲ ਲਈ, 10 ਸਾਲ ਲਈ ਘੱਟੋ ਘੱਟ ਇਲੈਕਸ਼ਨ 'ਚੋਂ ਬਾਹਰ ਹੋਵੇ। ਇਹ ਥੋੜ੍ਹਾ ਵੀ ਲੋਕਾਂ ਦੇ ਦਿਮਾਗਾਂ ਨਾਲ ਤੁਸੀਂ ਝੂਠ ਮਾਰ ਕੇ ਖੇਡ ਲਓ ਤੇ ਮੁੜ ਕੇ ਉਹ ਵਾਅਦੇ ਤੁਸੀਂ ਪੂਰੇ ਨਾ ਕਰੋ। ਇਸ ਕਰਕੇ ਸਾਡੀ ਪਾਰਟੀ ਤਾਂ ਇਸ ਗੱਲ 'ਤੇ ਵੀ ਸਹਿਮਤ ਹੈ, ਪਰ ਕੈਪਟਨ ਅਮਰਿੰਦਰ ਸਿੰਘ ਤੋਂ ਲੋਕ ਹਿਸਾਬ ਮੰਗਦੇ ਨੇ। ਸਾਰਾ ਪੰਜਾਬ ਖੜਾ ਹੋ ਗਿਆ ਹਿਸਾਬ ਮੰਗਣ ਲਈ। ਬਰਾੜ ਸਾਹਿਬ, ਇੱਕ ਚੀਜ਼ ਹੋਰ ਦਿਮਾਗ ਦੇ ਵਿੱਚ ਲੋਕਾਂ ਦੇ ਬੜੀ ਆਉਂਦੀ ਹੈ, 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਉਸ ਤੋਂ ਬਾਅਦ ਬਾਦਲ ਆਪਣਾ ਕੈਪਟਨ ਸਰਕਾਰ ਆਈ। ਇੱਕ ਸਵਾਲ ਜ਼ਰੂਰ ਹੁੰਦਾ ਹੈ ਵੀ ਜਦ ਵੀ ਕੋਈ ਨਵੀਂ ਸਰਕਾਰ ਬਣਦੀ ਹੈ ਤਾਂ ਜਿਵੇਂ ਕੈਪਟਨ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਇੱਕ ਇਲਜ਼ਾਮ ਲਗਾਇਆ ਸੀ ਕਿ ਪੁਰਾਣੀ ਸਰਕਾਰ ਨੇ, ਯਾਨੀ ਬਾਦਲ ਸਰਕਾਰ ਨੇ, ਕਾਫੀ ਜਿਹੜੇ ਘਪਲੇ ਕੀਤੇ, ਉਹਨੂੰ ਸੁਲਝਾਉਣ ਦੇ ਵਿੱਚ, ਘੁਟਾਲੇ ਕੀਤੇ, ਉਹਨਾਂ ਨੂੰ ਸੁਲਝਾਉਣ ਦੇ ਵਿੱਚ ਸਾਨੂੰ ਇੰਨਾ ਸਮਾਂ ਲੱਗ ਗਿਆ। ਹੁਣ ਜਿਹੜਾ ਰਹਿ ਗਿਆ ਸਮਾਂ, ਹੁਣ ਜਿਹੜਾ ਤਕਰੀਬਨ 8-9 ਮਹੀਨੇ ਰਹਿ ਗਏ, ਉਹ ਕਹਿੰਦੇ ਹੁਣ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ। ਹੁਣ ਜੇ ਅਗਲੀ ਪਾਰਟੀ ਬਣੂਗੀ ਤਾਂ ਉਹ ਵੀ ਐਂ ਕਹੂਗੀ ਵੀ ਜਿਹੜੀ ਹੁਣ ਪਿਛਲੀ ਸਰਕਾਰ ਸੀ ਉਹਨੇ ਵੀ ਇੰਨਾ ਸਮਾਂ ਜਿਹੜਾ ਸੀਗਾ ਉਹ ਇੰਨੇ ਪੈਸੇ ਖਾ ਗਈ ਜਾਂ ਇੰਨੇ ਘੁਟਾਲੇ ਕੀਤੇ, ਹੁਣ ਉਸ ਨੂੰ ਸੁਲਝਾਉਣ ਦੇ ਵਿੱਚ ਸਾਨੂੰ ਇੰਨਾ ਸਮਾਂ ਲੱਗੂਗਾ, ਉਸ ਤੋਂ ਬਾਅਦ ਅਸੀਂ ਵਿਕਾਸ ਕਰਾਂਗੇ। ਦੇਖੋ, ਇਹ ਬਹਾਨੇਬਾਜ਼ੀਆਂ ਹੁੰਦੀਆਂ, ਜਿਹੜੇ ਜੇ ਖਜ਼ਾਨੇ 'ਚ ਸਹੀ ਪੈਸੇ ਆਉਣੇ ਹੋਣ ਤੇ ਨਾਲ ਦੀ ਨਾਲ ਵਿਕਾਸ ਨਿਰੰਤਰ ਚੱਲਦਾ ਰਹਿੰਦਾ। ਮੈਂ ਤੁਹਾਨੂੰ ਕੱਲੀ ਗੱਲ ਦਾ ਜਵਾਬ ਦੇ ਦੇਣਾ। ਇਹਨਾਂ ਨੇ ਕਿਹਾ ਸੀ ਜੀ ਇਹ ਰੇਤੇ ਦਾ ਘਪਲਾ ਕਰਦੇ ਆ। ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਤੁਸੀਂ ਅੱਜ ਪਤਾ ਕਰ ਲਓ, ਜੇ ਸਾਡੇ ਵੇਲੇ 30 ਰੁਪਏ ਕੁਇੰਟਲ ਦਾ ਰੇਟ ਸੀ ਤੇ ਅੱਜ 70 ਰੁਪਏ ਕੁਇੰਟਲ ਦਾ ਰੇਟ ਹੈ। ਔਰ ਜੇ ਖਜ਼ਾਨੇ 'ਚ ਜਿੰਨਾ ਸਾਡੇ ਵੇਲੇ ਜਾਂਦਾ ਸੀ ਉਦੋਂ ਮੇਰਾ ਖਿਆਲ ਹੈ ਕਿ ਘਟ ਗਿਆ ਖਜ਼ਾਨੇ 'ਚ ਜਾਣਾ, ਇਹ ਸਾਰਾ ਕਾਂਗਰਸੀਆਂ ਦੀ ਜੇਬਾਂ 'ਚ ਜਾ ਰਿਹਾ। ਇਹ ਅਸੀਂ ਨਹੀਂ ਕਹਿੰਦੇ, ਮਾਨਯੋਗ ਚੀਫ ਸੈਕਟਰੀ ਜਿਹੜਾ ਸਰਕਾਰ ਦਾ ਸੀ ਕਰਨ ਅਵਤਾਰ ਸਿੰਘ, ਉਹਨੇ ਕਿਹਾ ਕਿ 5600 ਕਰੋੜ ਰੁਪਏ ਦਾ ਸ਼ਰਾਬ ਦਾ ਰੈਵਨਿਊ ਘਟ ਗਿਆ ਤੇ ਜਾਲੀ ਫੈਕਟਰੀਆਂ ਵੀ ਪੰਜਾਬ 'ਚ ਫੜੀਆਂ ਗਈਆਂ। ਜੇ 5600 ਕਰੋੜ ਰੁਪਈਆ 3 ਸਾਲਾਂ ਦੇ ਵਿੱਚ ਰੈਵਨਿਊ ਘਟ ਗਿਆ ਤੇ ਤੁਸੀਂ ਅੰਦਾਜ਼ਾ ਲਾਓ ਨਾ ਪੰਜਾਬ ਦਾ ਖਜ਼ਾਨਾ ਕਿੱਧਰ ਲੁੱਟਿਆ ਜਾ ਰਿਹਾ। ਤੇ ਜਾਲੀ ਫੈਕਟਰੀਆਂ ਫੜੀਆਂ ਗਈਆਂ, 125 ਬੰਦਾ ਮਰ ਗਿਆ, ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਤੁਸੀਂ ਬਾਕੀ ਦੀਆਂ ਗੱਲਾਂ ਵੀ ਕਿਸੇ ਕੰਮ ਨੂੰ ਚੱਕ ਲਓ, ਜਿੱਥੋਂ ਪੰਜਾਬ ਸਰਕਾਰ ਨੂੰ ਰੈਵਨਿਊ ਮਿਲਣਾ ਹੈ ਉਹ ਰੈਵਨਿਊ ਸਰਕਾਰ ਦੇ ਖਾਤੇ ਆਉਣ ਦੀ ਬਜਾਏ ਇਹ ਕਾਂਗਰਸੀਆਂ ਦੀ ਜੇਬਾਂ 'ਚ ਜਾ ਰਿਹਾ। ਔਰ ਵੱਡਾ ਸਬੂਤ, ਜਿੰਨਾ ਕਰਜ਼ਾ ਸਮਝ ਲਓ, ਜਦੋਂ 84 ਤੋਂ ਬਾਅਦ ਕਰਜ਼ਾ ਛੱਡਣਾ ਸ਼ੁਰੂ ਹੋਇਆ, ਜਦੋਂ ਅੱਤਵਾਦ ਦਾ ਦੌਰ ਸ਼ੁਰੂ ਹੋਇਆ, ਜਿੰਨਾ ਕਰਜ਼ਾ 84 ਤੋਂ ਬਾਅਦ ਸਾਡੀ ਸਰਕਾਰ ਵੇਲੇ ਤੱਕ ਚੜ੍ਹਿਆ,
ਉਹਦੇ ਲਗਭਗ 60 ਪੈਸੇ ਇਹਨਾਂ ਨੇ 1 ਸਾਲ ਦੇ ਵਿੱਚ ਹੀ ਚੜਾਤਾ, 60-70 ਪੈਸੇ। 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ 5 ਸਾਲਾਂ 'ਚ ਚੜ੍ਹ ਜਾਊਗਾ। ਤੇ ਜੇ ਮੰਨ ਲਓ ਇਹ ਚੰਗੀ ਸਰਕਾਰ ਹੋਵੇ ਜਿਹੜੇ ਸਾਨੂੰ ਭੰਡਦੇ ਸੀ, ਤੇ ਫਿਰ ਘੱਟੋ ਘੱਟ ਜਿੰਨਾ ਕਰਜ਼ਾ ਸਾਡੇ ਵੇਲੇ ਚੜਿਆ ਸੀ ਉਹ ਤਾਂ ਚਲੋ ਉਹਨਾਂ ਤਾਂ ਮੰਨ ਸਕਦੇ ਆ, ਉਹ ਵੀ ਤਾਂ ਚੜਿਆ ਸੀ ਸਾਡੇ ਵੇਲੇ ਕਿ ਤੁਸੀਂ ਹਰ ਪਾਸੇ ਕੰਮ ਚੱਲਦਾ ਦਿਸਦਾ ਸੀ। ਸੜਕਾਂ ਦੀ ਗੱਲ ਕਰ ਲਓ, ਏਅਰਪੋਰਟਾਂ ਦੀ ਗੱਲ ਕਰ ਲਓ, ਸਕੂਲਾਂ ਦੀ ਗੱਲ ਕਰ ਲਓ, ਕਾਲਜਾਂ ਦੀ ਗੱਲ ਕਰ ਲਓ, ਯੂਨੀਵਰਸਿਟੀਆਂ ਦੀ ਗੱਲ ਕਰ ਲਓ, ਤੁਸੀਂ ਗਰੀਬ ਬੱਚਿਆਂ ਦੀ ਗੱਲ ਕੀਤੀ ਹੈ। ਜਿਹੜਾ ਸਕਾਲਰਸ਼ਿਪ ਦਾ 1.5-2 ਲੱਖ ਬੱਚਾ ਹਰ ਸਾਲ ਇਹਨਾਂ ਨੇ ਉਹਨਾਂ ਦੀ ਪੜ੍ਹਾਈ ਮਾਰਤੀ ਤੇ ਗਰੀਬ ਬੱਚਿਆਂ ਦਾ ਭਵਿੱਖ ਹੀ ਮਾਰਤਾ ਇਹਨਾਂ ਨੇ। ਕਿਉਂ ਨਹੀਂ ਇਹ ਮੈਨੇਜ ਕਰ ਸਕਦੇ ਇਹ ਗੱਲਾਂ? ਇਸ ਕਰਕੇ ਸਰਕਾਰ ਚੌਤਰਫਾ ਫੇਲ ਹੋਈ ਹੈ। ਔਰ ਜਿੰਨੇ ਵੀ ਸਾਡੇ ਵੇਲੇ ਤੇ ਕੋਈ ਕਰਪਸ਼ਨ ਦੇ ਮੁੱਦੇ ਉਠਾਉਂਦੇ ਸੀ, ਮੈਂ ਫਿਰ ਦੁਹਰਾਉਣਾ, 4.25 ਸਾਲ ਹੋ ਗਏ, ਕੋਈ ਇੱਕ ਕਰਪਸ਼ਨ ਦਾ ਮੁੱਦਾ ਸਾਡੇ ਖਿਲਾਫ ਕੋਈ ਇਹਨਾਂ ਨੇ ਸਾਬਤ ਕੀਤਾ ਹੋਵੇ ਜਾਂ ਕੋਈ ਬੰਦਾ ਫੜਿਆ ਹੋਵੇ। ਇਸ ਕਰਕੇ ਝੂਠ ਨਹੀਂ ਬੋਲਣਾ ਚਾਹੀਦਾ, ਕਿਉਂਕਿ ਸਰਕਾਰਾਂ ਆਉਣੀ ਜਾਣੀ ਚੀਜ਼ ਹੈ। ਲੋਕਾਂ ਨਾਲ ਤੁਸੀਂ ਲੰਬੇ ਵਰਤਣਾ। ਪਾਰਟੀਆਂ ਨੇ, ਅਸੀਂ 100 ਸਾਲ ਅੱਜ ਸਾਡੀ ਪਾਰਟੀ ਨੂੰ ਹੋ ਗਿਆ, ਇਸੇ ਕਰਕੇ ਚੱਲ ਰਹੀ ਹੈ ਕਿ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹ ਪੂਰੀ ਕਰਦੇ ਹਾਂ, ਝੂਠ ਅਸੀਂ ਮਾਰਦੇ ਨਹੀਂ, ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਜੇ ਇਸ ਪਾਰਟੀ ਨੇ ਇਹ ਗੱਲ ਕਹੀ ਹੈ ਤੇ ਪੂਰੀ ਕਰੇਗੀ। ਕਾਂਗਰਸੀਆਂ ਨੇ ਨਵਾਂ ਕੰਮ ਫੜਿਆ ਸੀ, ਆਪ ਜਵਾਬ ਲੈ ਲੈਣਗੇ ਲੋਕ ਹੁਣ। ਅੱਛਾ ਬਰਾੜ ਸਾਹਿਬ, ਜੇ 22 ਦੀ ਗੱਲ ਕਰੀਏ, ਜੇ ਮੰਨ ਲਓ 22 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣਦੀ ਹੈ, ਜਿਵੇਂ ਹੁਣ ਤੁਸੀਂ ਕਰਜ਼ੇ ਦੀ ਗੱਲ ਕੀਤੀ, ਕਿਸਾਨੀ ਸੰਘਰਸ਼ ਚੱਲ ਰਿਹਾ, ਤਕਰੀਬਨ 100-150 ਜਿਹੜੇ ਦਿਨ ਹੋਣ ਵਾਲੇ ਨੇ। ਹੁਣ ਕਿਸਾਨੀ ਦੇ ਉੱਤੇ ਵੀ ਜਿਹੜਾ ਬਹੁਤ ਕਰਜ਼ਾ ਸੀ, ਕਿਸਾਨਾਂ ਉੱਤੇ, ਜ਼ਿਮੀਂਦਾਰਾਂ ਉੱਤੇ ਬਹੁਤ ਜਿਹੜੇ ਡਿਫਾਲਟਰ ਕਿਸਾਨ ਬਣੇ ਹੋਏ ਸੀ, ਜ਼ਿਆਦਾਤਰ ਜਿਹੜੇ ਕਿਸਾਨ ਡਿਫਾਲਟਰ ਦੇ ਘੋਸ਼ਿਤ ਕੀਤੇ ਗਏ ਨੇ। ਹੁਣ ਬਹੁਤ ਵੱਡਾ ਆਪਾਂ ਦੇਖੀਏ ਤਾਂ ਕਰਜ਼ਾ ਆ, ਜੇ ਤੁਹਾਡੀ ਸਰਕਾਰ ਆਉਂਦੀ ਉਹ ਕਰਜ਼ਾ ਮਾਫ ਕੀਤਾ ਜਾਵੇਗਾ? ਦੇਖੋ, ਪਹਿਲੀ ਗੱਲ ਤਾਂ ਸਾਡੀ ਇੱਕ ਕਮੇਟੀ ਬਣੇਗੀ, ਜਿਹੜੇ ਚੋਣ ਮੈਨੀਫੈਸਟੋ ਬਣਨਾ ਉਹ ਕਮੇਟੀ ਫਾਈਨਲ ਕਰੇਗੀ। ਇਹ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ, ਜੋ ਮੈਨੀਫੈਸਟੋ 'ਚ ਲਿਖਿਆ ਹੋਇਆ ਉਹ ਪੂਰਾ ਕਰਕੇ ਦਿਖਾਵਾਂਗੇ। ਪਰ ਜੇ ਅੱਜ ਮੈਂ ਆਖਾਂ ਵੀ ਅਸੀਂ ਇਹ ਐਲਾਨ ਕਰਦੇ ਹਾਂ, ਇਹ ਤਾਂ ਇੱਕ ਕੋਈ ਸਿਆਸੀ ਸ਼ਗੂਫਾ ਹੋ ਗਿਆ। ਸ਼ਗੂਫੇ ਨਾ ਸਾਡੀ ਪਾਰਟੀ ਦਾ ਕੋਈ ਬੁਲਾਰਾ ਛੱਡੂਗਾ। ਬਕਾਇਦਾ ਚੋਣ ਮੈਨੀਫੈਸਟੋ ਜਾਰੀ ਕਰਾਂਗੇ, ਕਿਹੜੀਆਂ ਸਹੂਲਤਾਂ ਅਸੀਂ ਦੇ ਸਕਦੇ ਹਾਂ। ਦੇਖੋ, ਸਾਡੇ ਤੇ ਲਾਂਛਨ ਲਾਉਂਦੇ ਸੀ ਕਿ ਜੀ ਇਹ ਬਿਜਲੀ ਦੇ ਇਹਨਾਂ ਨੇ ਗਲਤ ਜਿਹੜੇ ਐਗਰੀਮੈਂਟ ਕਰ ਲਏ। ਅਸੀਂ 5 ਰੁਪਏ ਬਿਜਲੀ ਦਿੰਦੇ ਰਹੇ ਹਾਂ, ਔਰ ਫਿਰ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੇ ਕਹਿਤਾ ਕਿ ਜਿੰਨੇ ਅੱਜ ਰੇਟ ਹੈਗੇ ਉਦੋਂ ਅੱਧੇ ਕਰਾਂਗੇ ਔਰ 5 ਰੁਪਏ ਤੇ ਦੇ ਕੇ ਦਿਖਾਵਾਂਗੇ। ਇਹ ਕਰਨ ਤੇ ਸਹੀ ਕੁਛ। ਇਸੇ ਤਰ੍ਹਾਂ ਜਿਹੜੇ ਵੀ ਅਸੀਂ ਵਾਅਦੇ ਕਰ ਰਹੇ ਹਾਂ, ਜਿਹੜੀਆਂ ਅਨਾਉਂਸਮੈਂਟਾਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤੀਆਂ, ਅੱਜ ਤੋਂ ਪਹਿਲਾਂ ਜਿਹੜੀਆਂ ਵੀ ਕੀਤੀਆਂ, ਉਹ ਵੀ ਮੈਨੀਫੈਸਟੋ 'ਚ ਹੋਣਗੀਆਂ ਔਰ ਉਹ ਸਾਰੇ ਦੀਆਂ ਸਾਰੀਆਂ ਅਸੀਂ ਪੂਰੀਆਂ ਕਰਾਂਗੇ। ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਕਿਸਾਨ ਆਗੂਆਂ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ, ਚਾਹੇ ਉਹ ਕੋਈ ਵੀ ਰਾਜਨੀਤਿਕ ਪੰਜਾਬ ਦੇ ਵਿੱਚ ਪਾਰਟੀ ਹੋਵੇ। ਹੁਣ ਤੁਹਾਨੂੰ ਲੱਗਦਾ 22 ਦੇ ਵਿੱਚ ਜੇ ਕੋਈ ਚੌਥਾ ਫਰੰਟ ਨਿਕਲਦਾ, ਯਾਨੀ ਕਿ ਹੁਣ ਢੀਂਡਸਾ ਸਾਹਿਬ ਨੇ, ਜਿਹੜਾ ਬ੍ਰਹਮਪੁਰਾ ਸਾਹਿਬ ਨੇ, ਜਿਹੜਾ ਕਿਤੇ ਨਾ ਕਿਤੇ ਹੁਣ ਜਿਹੜਾ ਆ ਉਹ ਗੱਠਜੋੜ ਬਣਾ ਲਿਆ, ਉੱਥੇ ਜੇ ਗੱਲ ਕਰੀਏ ਹੁਣ ਚੌਥਾ ਫਰੰਟ ਤਾਂ ਆ ਗਿਆ। ਜੇ ਮੰਨ ਲਓ ਕਿਸਾਨੀ ਵੀ ਇੱਕ ਫਰੰਟ ਆਪਣਾ ਖੜਾ ਕਰਦੀ ਹੈ ਤਾਂ ਹੋ ਸਕਦਾ ਕੁਝ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਕੈਪਟਨ ਸਰਕਾਰ ਨੂੰ ਦੇਖਣਾ ਹੋਵੇ। ਪਹਿਲੀ ਗੱਲ, ਜਿਹੜਾ ਤੁਸੀਂ ਬਿਆਨ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਕਿ ਉਹਨਾਂ ਨੇ ਕਿਹਾ ਸਿਆਸੀ ਪਾਰਟੀਆਂ ਦਾ ਬਾਈਕਾਟ ਕਰੋ, ਇਹ ਕਿਸਾਨ ਨਹੀਂ ਕਰ ਰਹੇ। ਕੋਈ ਜਿਹੜੇ ਸਿਆਸਤ ਨੂੰ ਲਾਲਚੀ ਬੰਦੇ ਹੋਣਗੇ ਉਹ ਕਰ ਰਹੇ ਹੋਣਗੇ। ਮੈਂ ਇੱਕ ਬੇਨਤੀ ਕਰਦੇ ਹਾਂ, ਕਿਉਂਕਿ ਉਸ ਕਿਸਾਨਾਂ ਦੇ ਵਿੱਚ ਸਾਡੀ ਪਾਰਟੀ ਦੇ ਬੰਦੇ ਵੀ ਬੈਠੇ ਆ, ਉਸ ਦੇ ਵਿੱਚ ਕਾਂਗਰਸ ਪਾਰਟੀ ਦੇ ਵੀ ਬੰਦੇ ਬੈਠੇ ਆ, ਉਸ ਦੇ ਵਿੱਚ ਬਾਕੀ ਪਾਰਟੀਆਂ ਦੇ ਵੀ ਬੰਦੇ ਬੈਠੇ ਆ, ਔਰ ਸਾਡੀ ਪਾਰਟੀ ਦੇ ਘੱਟ ਤੋਂ ਘੱਟ 65-70 MLA ਹਲਕਾ ਇੰਚਾਰਜ ਐਸੇ ਆ ਜਿਹੜੇ 4-4 ਦਿਨ ਰਹਿ ਕੇ ਉੱਥੇ ਲੋਕਾਂ ਦੇ ਵਿੱਚ ਸੇਵਾ ਕਰਕੇ ਆਏ ਆ। ਔਰ SGPC ਦੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਵੀ 6 ਜਗ੍ਹਾ ਲੰਗਰ ਚੱਲ ਰਿਹਾ। ਮੈਂ ਇੱਕ ਬੇਨਤੀ ਕਰਦੇ ਹਾਂ, ਮੇਰੀ ਗੱਲ ਪੂਰੀ ਹੋ ਲੈਣ ਦਿਓ, ਇਸ ਕਰਕੇ ਜੇ ਕੋਈ ਐਸੇ ਬਿਆਨ ਛੰਡਦਾ ਹੈ ਤਾਂ ਉਹ ਮੈਨੂੰ ਇਹ ਲੱਗਦਾ ਕਿ ਉਹ ਆਪਦੀ ਸੱਤਾ ਜਾਂ ਸਿਆਸਤ ਦੇਖਣੀ ਚਾਹੁੰਦਾ ਹੈ। ਕਿਸਾਨੀ ਸੰਘਰਸ਼, ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਨਿਰੋਲ ਕਿਸਾਨੀ ਦਾ ਰੱਖਣ ਦੇ ਲਈ ਇਸ ਚੀਜ਼ ਨੂੰ ਬੜਾਵਾ ਦਿੱਤਾ ਹੈ। ਵਰਨਾ ਜਦੋਂ ਵੋਟਾਂ ਆਉਣਗੀਆਂ, ਜਿਹੜੇ ਅਕਾਲੀ ਦਲ ਦੇ ਬੰਦੇ ਉਹ ਅਕਾਲੀ ਦਲ ਨਾਲ ਆ ਕੇ ਖੜਨਗੇ, ਜਿਹੜੇ ਕੋਈ ਕਾਂਗਰਸ ਦੇ ਆ ਜਾਂ ਹੋਰ ਪਾਰਟੀ ਦੇ ਉਹ ਉਹਨਾਂ ਨਾਲ ਖੜਨਗੇ। ਇਸ ਕਰਕੇ ਇਹਨਾਂ ਗੱਲਾਂ 'ਚ ਮੇਰਾ ਖਿਆਲ ਹੈ ਕਿ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੋਊਗੀ ਜੇ ਕੋਈ ਇਹੋ ਜਿਹੀ ਗੱਲ ਉਠਾਉਂਦਾ। ਪਰ ਜੇ ਕਿਸਾਨੀ ਵਿੱਚੋਂ ਇੱਕ ਫਰੰਟ ਨਿਕਲਦਾ ਤਾਂ ਕਿਤੇ ਨਾ ਕਿਤੇ ਨੁਕਸਾਨ ਦੇਖਣਾ ਪੈ ਸਕਦਾ ਸ਼੍ਰੋਮਣੀ ਅਕਾਲੀ। ਮੈਂ ਪਹਿਲਾਂ ਦੁਹਰਾਤਾ ਹੈ ਕਿ ਹਰ ਬੰਦਾ ਜਿਹੜਾ ਉੱਥੇ ਗਿਆ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਔਰ ਫਰੰਟ ਬੜੇ ਬਣਦੇ ਆਏ ਆ ਪੰਜਾਬ ਦੇ ਵਿੱਚ। ਪਿਛਲੇ ਵਾਰੀ ਜਿੰਨੀ ਤਾਂ ਲਹਿਰ ਮੇਰਾ ਖਿਆਲ ਹੈ ਕਿ ਕਿਤੇ ਵੀ ਨਹੀਂ ਹੋ ਸਕਦੀ ਜਿੰਨੀ ਪਿਛਲੇ ਵਾਰੀ ਆਮ ਆਦਮੀ ਪਾਰਟੀ ਦੀ ਸੀ। ਤੇ ਕਹਿੰਦੇ ਸੀ 100 ਸੀਟ ਜਿੱਤਾਂਗੇ, 100 ਦੇ ਵਿੱਚੋਂ 20 ਜਿੱਤੇ, 20 ਚੋਂ ਅੱਜ ਮੇਰਾ ਖਿਆਲ ਹੈ 11-12 ਹੀ ਰਹਿ ਗਏ ਆ, ਅੱਡੋ-ਅੱਡੀ ਭੱਜੇ ਫਿਰਦੇ ਆ। ਇਸ ਕਰਕੇ ਇਹ ਸਮੇਂ ਦੀਆਂ ਗੱਲਾਂ ਹੈ। ਪੰਜਾਬ ਦੇ ਲੋਕ ਕਿਹੜੀ ਪਾਰਟੀ ਅਗਵਾਈ ਕਰ ਸਕਦੀ ਹੈ? ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਸੀ ਉਹ ਸਾਡੇ ਸਾਰੇ ਕੰਮ ਕਰ ਸਕਦੀ। ਅੱਜ ਤੁਸੀਂ ਕਿਸੇ ਥਾਣੇ ਚੱਲ ਜਾਓ, ਕਿਸੇ ਕਚਹਿਰੀ ਚੱਲ ਜਾਓ, ਜਿੱਥੇ ਕਿਤੇ ਵੀ ਚੱਲ ਜਾਓਗੇ, ਹਾਲਾਤ ਇਹ ਬਣੇ ਹੋਏ ਆ ਕਿ ਤੁਹਾਡੀਆਂ ਜੇਬਾਂ ਨੂੰ ਪੱਟਣ ਨੂੰ ਪੈਂਦੇ ਆ। ਕੰਮ ਕੋਈ ਸਿਰੇ ਤੱਕ ਨਹੀਂ ਚੜ੍ਹਦਾ, ਕੋਈ ਸੁਣਨ ਵਾਲਾ ਹੀ ਹੈ ਨਹੀਂ। ਅੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਰਪੰਚ ਲੈਵਲ ਦਾ ਬੰਦਾ ਜਾ ਵੜਦਾ ਤੇ ਉਹ ਵੀ ਕੰਮ ਕਰਾ ਸਕਦਾ ਸੀ। ਇਹਨਾਂ ਦੇ MLA ਸਵਾਏ ਪੈਸੇ ਲੁੱਟਣ ਤੋਂ ਹੋਰ ਕੋਈ ਕੰਮ ਨਹੀਂ ਕਰਦੇ। ਚੌਤਰਫਾ
ਪੰਜਾਬ ਦੇ ਲੋਕ ਲੁੱਟੇ ਜਾ ਰਹੇ ਆ। ਕਰਪਸ਼ਨ ਇੰਨੀ ਚਰਮ ਸੀਮਾ ਤੇ ਹੈ ਜਿਹੜੀ ਤੁਸੀਂ ਸੋਚ ਨਹੀਂ ਸਕਦੇ। ਅੱਜ ਜਿਉਂ ਐਲਾਨ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਸਵਾ 4 ਸਾਲਾਂ ਬਾਅਦ ਕਿ ਜੇ ਕੋਈ ਨਸ਼ੇ ਵਾਲੇ ਨੂੰ ਫੜਾਊਗਾ ਅਸੀਂ ਆਹ ਇਨਾਮ ਦੇਵਾਂਗੇ, ਤੇ ਭਾਈ 4 ਹਫ਼ਤਿਆਂ ਦਾ ਵਾਅਦਾ ਕੀਤਾ ਸੀ, ਉਦੋਂ ਦੇ ਸੁੱਤੇ ਪਏ ਹੋ ਤੁਸੀਂ। ਅੱਜ ਵੋਟਾਂ ਆ ਗਈਆਂ ਤਾਂ ਤੁਹਾਨੂੰ ਇਹ ਗੱਲਾਂ ਯਾਦ ਆ ਗਈਆਂ। ਇਸ ਕਰਕੇ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਕਿਹੜੀ ਪਾਰਟੀ ਸਾਡੀ ਹਮਦਰਦ ਪਾਰਟੀ ਹੈ, ਕਿਹੜੀ ਪਾਰਟੀ ਲੋਕਾਂ ਦੇ ਕੰਮ ਕਰਦੀ ਹੈ, ਤੇ ਕਿਹੜੀ ਇਕੱਲੇ ਝੂਠ ਮਾਰ ਕੇ ਲੋਕਾਂ ਠੱਗੀ ਮਾਰ ਕੇ ਵੋਟਾਂ ਦੀ ਠੱਗੀ ਮਾਰਨਾ ਚਾਹੁੰਦੀ ਹੈ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਬਰਾੜ ਸਾਹਿਬ ਉੱਥੇ ਕਈ ਲੋਕ ਜਿਹੜੇ ਨੇ ਉਹ ਵਿਰੋਧ ਵੀ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ। ਦੇਖੋ, ਸੋਸ਼ਲ ਮੀਡੀਆ ਇੱਕ ਐਸਾ ਫਰੰਟ ਹੈ ਜਿਹੜਾ ਯੂਜ਼ ਘੱਟ, ਸਹੀ ਵਰਤੋਂ ਘੱਟ ਹੋ ਰਹੀ ਹੈ ਔਰ ਮਿਸਯੂਜ਼ ਜ਼ਿਆਦਾ ਹੋ ਰਹੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਔਰ ਜਿਹੜੀ ਸਾਡੇ ਖਿਲਾਫ ਬੋਲਣ ਵਾਲੇ ਆ, ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਭਾਵੇਂ ਕਾਂਗਰਸ ਪਾਰਟੀ ਹੈ, ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਪੇਡ ਵਰਕਰ ਆ, ਉਹਨਾਂ ਨੇ ਸਾਨੂੰ ਗਾਲਾਂ ਹੀ ਕੱਢਣੀਆਂ ਔਰ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈ। ਇੱਕ ਚੀਜ਼ ਦੇ ਵਿੱਚ ਹਾਲਾਤ ਪਿਛਲੇ ਵਾਰੀ ਐਸੇ ਬਣਾਤੇ ਕਿ ਦੋਨੋਂ ਪਾਰਟੀਆਂ ਨੇ ਸਾਨੂੰ, ਭਾਵੇਂ ਬੇਅਦਬੀ ਦਾ ਮੁੱਦਾ ਸੀ, ਭਾਵੇਂ ਨਸ਼ਿਆਂ ਵਾਲਾ ਮੁੱਦਾ ਸੀ, ਇਸ ਗੱਲਾਂ ਤੇ ਸਾਨੂੰ ਭੰਡਤਾ। ਪਰ ਅੱਜ ਸਵਾ 4 ਸਾਲਾਂ ਬਾਅਦ ਲੋਕਾਂ ਨੂੰ ਸਾਰੀ ਗੱਲ ਕਲੀਅਰ ਹੋ ਗਈ। ਜਿਹੜੀਆਂ 124 ਜਾਂ 127 ਬੇਅਦਬੀਆਂ ਇਸ ਸਰਕਾਰ ਦੇ ਦੌਰਾਨ ਹੋ ਗਈਆਂ, ਕੀ ਸਾਡੇ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਆਸਥਾ ਘੱਟ ਸੀਗੀ? ਇਸ ਕਰਕੇ ਇਸ ਮੁੱਦੇ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬੇਅਦਬੀ ਹੁੰਦੀ ਹੈ ਜਾਂ ਕੋਈ ਘਟਨਾ ਹੁੰਦੀ ਹੈ ਤੇ ਸਾਨੂੰ ਉਹਦੇ ਤੇ ਉਲਟਾ ਇਹ ਲੋਕ ਸਿਆਸਤ ਕਰਦੇ ਆ। ਸਿਆਸਤ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਪਹਿਲਾਂ ਹੀ ਅਰਦਾਸ ਕੀਤੀ ਹੈ ਕਿ ਹੇ ਗੁਰੂ ਮਹਾਰਾਜ, ਜਿਹਨੇ ਬੇਅਦਬੀ ਕੀਤੀ ਹੈ ਕੋਈ, ਉਹਦਾ ਵੀ ਕੱਖ ਨਾ ਰਹੇ, ਜਿਹਨੇ ਕਰਵਾਈ ਆ ਉਹਦਾ ਵੀ ਕੱਖ ਨਾ ਰਹੇ, ਤੇ ਜਿਹੜਾ ਇਹਦੇ ਤੇ ਸਿਆਸਤ ਕਰੇ ਪਰਮਾਤਮਾ ਉਹਦਾ ਵੀ ਕੱਖ ਨਾ ਰਹੇ। ਤੁਹਾਨੂੰ ਲੱਗਦਾ ਵੀ ਜਿਹੜੀ ਇਹ ਰਿਪੋਰਟ ਸੀ ਇਹ ਜਨਤਕ ਕੀਤੀ ਜਾਣੀ ਚਾਹੀਦੀ? ਮੇਰਾ ਖਿਆਲ ਹੈ, ਮੈਂ ਮੀਡੀਆ ਨੂੰ ਬੇਨਤੀ ਕਰੂੰਗਾ, ਕਿਉਂਕਿ ਤੁਹਾਨੂੰ ਮੈਂ ਕੌੜੇ ਸ਼ਬਦ ਬੋਲੂੰਗਾ ਤਾਂ ਬੁਰੇ ਲੱਗਣਗੇ। ਬਹੁਤ ਸਾਰੇ ਸੱਜਣ ਐਸੇ ਹੈ ਜਿਹੜੇ ਤੁਹਾਡੇ ਵਰਗੇ ਮੀਡੀਆ 'ਚ ਐਂਕਰ ਵੀ ਨੇ, ਰਿਪੋਰਟਰ ਵੀ ਨੇ, ਤੇ ਬਿੱਟੂ ਵਰਗੇ ਕਾਂਗਰਸੀ ਲੀਡਰ ਵੀ ਨੇ, ਨਵਜੋਤ ਸਿੱਧੂ ਵਰਗੇ ਲੀਡਰ ਵੀ ਨੇ, ਜਿਨ੍ਹਾਂ ਨੂੰ ਇਹ ਗਿਆਨ ਨਹੀਂ, ਜਾਂ ਮੈਂ ਕਹਿੰਦਾ ਗਿਆਨ 'ਚ ਵਾਧਾ ਕਰ ਲੈਣਾ ਚਾਹੀਦਾ ਕਿ ਜਿਹੜੀ ਰਿਪੋਰਟ ਦਾ ਚਲਾਨ ਪੇਸ਼ ਹੋ ਜੇ ਉਹ ਜਨਤਕ ਹੀ ਹੁੰਦੀ ਹੈ। ਔਰ ਇਹ ਮੈਂ ਨਹੀਂ ਕਿਹਾ, ਸਗੋਂ ਦੀ ਇਹ ਗੱਲ ਉਹੀ ਕੁੰਵਰ ਵਿਜੇ ਪ੍ਰਤਾਪ ਨੇ ਵੀ ਇਹ ਗੱਲ ਕਹੀ ਕਿ ਇਹ ਰਿਪੋਰਟ ਤਾਂ ਪਹਿਲਾਂ ਹੀ ਜਨਤਕ ਹੈਗੀ ਹੈ, ਜਦੋਂ ਦਾ ਚਲਾਨ ਪੇਸ਼ ਹੋਇਆ ਉਦੋਂ ਦੀ ਜਨਤਕ ਹੈ। ਜਨਤਕ ਇਹਦੇ 'ਚ ਕੀ ਕਰਨਾ ਹੈ? ਇਸ ਕਰਕੇ ਸਾਰਾ ਕੁਝ ਇਹ ਪਬਲਿਕ ਡਾਕੂਮੈਂਟ ਹੈ ਤੇ ਜਿਹੜਾ ਮਰਜ਼ੀ ਉੱਥੋਂ ਕੋਰਟ ਦੇ ਵਿੱਚੋਂ ਕਢਾ ਸਕਦਾ ਤੇ ਲੈ ਸਕਦਾ। ਇਸ ਕਰਕੇ ਇਹ ਗੱਲਾਂ ਮੇਰਾ ਖਿਆਲ ਹੈ ਕਿ ਅਧੂਰੇ ਗਿਆਨ ਦੀਆਂ ਗੱਲਾਂ, ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ, ਕੁੰਵਰ ਵਿਜੇ ਪ੍ਰਤਾਪ ਕੋਲੇ ਸਵਾ 4 ਸਾਲ ਦਾ ਕੱਲਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਇਨਕੁਆਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤਾਂ ਇਨਕੁਆਰੀ ਹੀ ਨਹੀਂ ਇਹਦੇ ਕੋਲੇ। ਇਸ ਕਰਕੇ ਦੇਖਿਆ ਪੰਜਾਬ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਇਹ ਜਾਂਦਾ ਕਿ ਬੇਅਦਬੀ ਕੇਸ ਦੀ ਸ਼ਾਇਦ ਜਿਹੜੀ ਹੈ ਰੱਦ ਹੋ ਗਈ। ਉਹ ਪਹਿਲਾਂ ਜਨਵਰੀ 'ਚ ਹੀ ਰੱਦ ਹੋ ਗਈ ਸੀ, ਜਿਹੜੀ ਰਣਬੀਰ ਸਿੰਘ ਖੱਟੜਾ ਤੇ ਉਹ ਕਰ ਰਹੇ ਸੀਗੇ। ਪਰ ਇਹ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੈ ਇਕੱਲਾ ਗੋਲੀ ਕਾਂਡ ਦਾ ਕਰ ਰਿਹਾ ਸੀ, ਔਰ ਸਵਾ 4 ਸਾਲਾਂ 'ਚ ਐਡਾ ਕਾਪਰਾਈਟ ਅਫਸਰ ਹੈ ਕਿ ਸਵਾ 4 ਸਾਲਾਂ 'ਚ ਗੋਲੀ ਕਾਂਡ ਨੂੰ ਹੀ ਸਿਰੇ ਨਹੀਂ ਲਾ ਸਕਿਆ। ਉਹ ਵੀ ਮਾਨਯੋਗ ਅਦਾਲਤ ਨੇ ਰੱਦ ਕਰਤੀ। ਹੁਣ ਬਰਾੜ ਸਾਹਿਬ ਜੀ ਉੱਥੇ ਗੱਲ ਕਰੀਏ, ਹੁਣ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਹੋਇਆ ਸੀ, ਬੇਅਦਬੀ ਕਾਂਡ ਜਿਹੜਾ ਹੋਇਆ, ਇਹਦੀ ਗੱਲ ਕਰੀਏ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਲੋਕ ਤਾਂ ਪਹਿਲਾਂ ਹੀ ਇੱਕ ਰਿਜ਼ਲਟ ਬਣਾ ਚੁੱਕੇ ਸੀ, ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਦੋਸ਼ੀ ਮੰਨਦੇ ਸੀਗੇ। ਫਿਰ ਕਮੀ ਕਿੱਥੇ ਰਹਿ ਗਈ ਵੀ ਜੇ ਲੋਕਾਂ ਤੱਕ ਇੱਕ ਮੈਸੇਜ ਨਹੀਂ ਜਾ ਪਹੁੰਚਿਆ, ਵੀ ਅਸਲੀਅਤ ਜਾ ਹੀ ਨਹੀਂ ਸਕੀ ਉਹਨਾਂ ਤੱਕ? 100 ਚੋਂ 70 ਬੰਦੇ ਜਦੋਂ ਝੂਠ ਬੋਲਣ ਵਾਲੇ ਬੋਲੀ ਜਾਂਦੇ ਹੁਣ, ਤੇ ਜਿਹੜਾ ਸੱਚਾ ਬੰਦਾ ਉਹਨੂੰ ਐਂ ਲੱਗਦਾ ਐਵੇਂ ਝੂਠ ਬੋਲੀ ਜਾਂਦੇ ਆ, ਬੋਲੀ ਜਾਣ ਦਿਓ। ਉਹ ਕਿਤੇ ਨਾ ਕਿਤੇ ਜਦੋਂ ਝੂਠ ਬੋਲੀ ਗਏ, ਇੰਨਾ ਉੱਚਾ ਲੰਮਾ ਕਰਕੇ ਬੋਲੀ ਗਈਆਂ ਵਿਰੋਧੀ ਪਾਰਟੀਆਂ ਦੋਨੋਂ, ਕਾਂਗਰਸ ਤੇ ਆਮ ਆਦਮੀ ਪਾਰਟੀ, ਤੇ ਅਸੀਂ ਆਪਣੇ ਆਪ 'ਚ ਸੱਚੇ ਸੀ। ਅਸੀਂ ਉਹਨਾਂ ਚੀਜ਼ਾਂ ਦਾ ਕਲੈਰੀਫਿਕੇਸ਼ਨ ਉਸ ਲੈਵਲ ਦੀ ਨਹੀਂ ਦਿੱਤੀ ਜਿਹੜੀ ਦੇਣੀ ਚਾਹੀਦੀ ਸੀ। ਮੈਂ ਸਮਝਦਾ ਕਿਤੇ ਨਾ ਕਿਤੇ ਉੱਥੇ ਲੋਕਾਂ ਦੇ ਦਿਮਾਗ ਦੇ ਨਾਲ ਖੇਡਣ ਦੇ ਵਿੱਚ ਇਹ ਕਾਮਯਾਬ ਹੋ ਗਏ। ਮੈਂ ਫਿਰ ਦੁਹਰਾ ਦਿਆਂ, ਜਿਹੜਾ ਬੇਅਦਬੀ ਕੇਸ ਹੈ ਉਹਦਾ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨਾਲ ਕੋਈ ਲੈਣਾ ਦੇਣਾ ਨਹੀਂ। ਉਹਦੇ ਲਈ ਜੇ ਤੁਸੀਂ ਮੈਨੂੰ ਇੱਕ ਮਿੰਟ ਦਿਓ ਤਾਂ ਮੈਂ ਵੱਖਰਾ ਤੁਹਾਨੂੰ ਦੱਸ ਸਕਦਾ ਹਾਂ ਕਿ ਪਹਿਲਾਂ ਇਹ ਸਾਰੇ ਦਾ ਸਾਰਾ ਕਾਂਗਰਸ ਨੇ ਖੁਦ ਜਿਹੜਾ ਹੈਗਾ ਇਹ ਭੰਬਲ ਭੂਸਾ ਪਾਇਆ। ਆ ਜਿੰਨੀਆਂ ਵੀ CBI ਦੀ ਲਾ ਲਓ, ਜਸਟਿਸ ਰਣਜੀਤ ਸਿੰਘ ਦੀ ਲਾ ਲਓ, ਜਿੰਨੀਆਂ ਵੀ ਸਾਰੇ ਦੀਆਂ ਸਾਰੀਆਂ ਰਿਪੋਰਟਾਂ ਮੇਰੇ ਕੋਲੇ ਹੈਗੀਆਂ, ਕਿਸੇ 'ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਕਿਸੇ ਸਾਡੇ ਲੀਡਰ ਦਾ ਕਿਸੇ ਦਾ ਨਾਂ ਤੱਕ ਵੀ ਨਹੀਂ। ਇੱਕ ਗੱਲ ਮੈਂ ਕਲੀਅਰ ਕਰ ਦਿਆਂ, ਐਵੇਂ ਬਿਨਾਂ ਕਿਸੇ ਗੱਲ ਤੋਂ ਹੋ ਹੱਲਾ ਮਚਾਈ ਜਾਂਦੇ ਆ। ਤਾਂ ਇਹ ਅਸੀਂ ਤਾਂ ਚਾਹੁੰਦੇ ਹਾਂ, ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦੇ ਹਾਂ, ਇਹਦੇ ਵਿਚਕਾਰ ਇੱਕ ਜਦੋਂ ਕਦੇ ਖੱਟੜਾ ਸਾਹਿਬ ਦੀ ਰਿਟ ਹੋ ਗਈ, ਕਦੇ CBI ਦਾ ਫੈਸਲਾ ਹੋ ਗਿਆ, ਕਦੇ ਕੋਈ ਹੋ ਗਿਆ, ਅਸੀਂ ਇੱਕ ਸਭ ਤੋਂ ਵੱਡਾ ਹੱਲ ਦੱਸਿਆ ਸੀ ਕੈਪਟਨ ਸਾਹਿਬ ਨੂੰ। 5/8/2019 ਨੂੰ ਇੱਕ ਅਸੀਂ ਵਿਧਾਨ ਸਭਾ 'ਚ ਮਤਾ ਲਿਆਂਦਾ ਸੀ। ਮਤੇ 'ਚ ਕੀ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਪਵਿੱਤਰ ਸਦਨ ਸਰਬਸੰਮਤੀ ਨਾਲ ਮੰਗ ਕਰਦਾ ਹੈ ਕਿ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤੇ ਉਸ ਨਾਲ ਸੰਬੰਧਿਤ ਸਾਰੀਆਂ ਘਟਨਾਵਾਂ, ਦੁਬਾਰਾ ਫਿਰ ਅਸੀਂ ਜ਼ੋਰ ਦੇ ਲਿਖਿਆ, ਮੈਂ ਦੁਹਰਾਉਂਦਾ ਹਾਂ ਕਿ ਸਾਰੀਆਂ ਘਟਨਾਵਾਂ ਦੀ ਜਾਂਚ ਦੇਸ਼ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਜਾਂ ਸੁਪਰੀਮ ਕੋਰਟ ਦੀ ਦੇਖ ਰੇਖ ਹੇਠ ਕਰਵਾਈ ਜਾਵੇ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੇ ਇਸ ਮਾਨਯੋਗ ਸਪੀਕਰ ਨੇ ਇਹ ਰੱਦ ਕਰਤਾ। ਇਹ ਕਿਉਂ ਕਰਨੀ ਪਈ?
ਕਿਉਂਕਿ ਭੰਬਲ ਭੂਸਾ ਹੀ ਇੰਨਾ ਪੈ ਗਿਆ, ਕੋਈ ਕਿਸੇ ਤੇ ਯਕੀਨ ਹੀ ਨਹੀਂ ਕਰਦਾ। ਜਦੋਂ ਸਾਡੀ ਸਰਕਾਰ ਸੀ ਬੇਅਦਬੀ ਹੋਈ, ਆ ਮੇਰੇ ਕੋਲੇ 21/11/2015 ਦੀਆਂ ਖਬਰਾਂ ਹੈ। ਜਾਖੜ ਸਾਹਿਬ ਲਹਿਦਾ ਗਵਰਨਰ ਸਾਹਿਬ ਨੂੰ ਮਿਲ ਕੇ ਆਉਂਦੇ ਆ, ਛੋਟੇਪੁਰ ਸਾਹਿਬ ਲਹਿਦਾ ਮਿਲ ਕੇ ਆਉਂਦੇ ਆ ਕਿ ਸਾਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਕੋਈ ਭਰੋਸਾ ਨਹੀਂ, ਇਹ CBI ਤੋਂ ਜਾਂ ਸੁਪਰੀਮ ਕੋਰਟ ਤੋਂ ਕਰਾਓ। ਆ 23 ਤਰੀਕ ਦੀਆਂ 22 ਤਰੀਕ ਦੀਆਂ ਜਿਹੜੀਆਂ ਹੈਗੀਆਂ ਖਬਰਾਂ ਹੈ, ਕੈਪਟਨ ਅਮਰਿੰਦਰ ਸਿੰਘ ਲਹਿਦਾ ਪ੍ਰੈਸ ਕਾਨਫਰੰਸ ਕਰਦੇ ਆ, ਪ੍ਰਤਾਪ ਸਿੰਘ ਬਾਜਵਾ ਲਹਿਦਾ ਕਰਦੇ ਆ ਕਿ ਸਾਨੂੰ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂ CBI ਤੋਂ ਕਰਾਓ। ਇਹ ਵੀ ਹੋ ਗਿਆ ਅੱਗੇ। ਇਦੋਂ ਅੱਗੇ ਚਲੇ ਚਲੋ, ਮੈਂ ਮੋਟਾ ਤੁਹਾਨੂੰ ਦੱਸ ਦੇਣਾ ਹੈ। ਤਾਂ ਆ ਜਿਹੜੇ ਉਦੋਂ ਮੁੰਡੇ ਫੜੇ ਗਏ ਸੀ, 2 ਰੁਪਿੰਦਰ ਤੇ ਜਸਵਿੰਦਰ, ਇਹਨਾਂ ਦੇ ਪੇਰੈਂਟਸ ਵੀ ਆ ਕੇ ਮਾਨਯੋਗ ਗਵਰਨਰ ਨੂੰ ਮਿਲੇ ਕਿ ਪੰਜਾਬ ਪੁਲਿਸ 'ਚ ਕੋਈ ਭਰੋਸਾ ਨਹੀਂ, ਜਾਂਚ CBI ਨੂੰ ਦਿਓ। ਅੱਗੇ ਚਲੋ ਜੀ, ਅੱਗੇ ਜਾਂਚ ਜਦੋਂ ਜਾਂਚ 1 ਤਰੀਕ ਨੂੰ ਦੇਤੀ, 1 ਤਰੀਕ ਨੂੰ ਜਾਂਚ ਚਲੀ ਗਈ ਤਿੰਨੋਂ ਬੇਅਦਬੀ ਦੇ ਕੇਸਾਂ ਦੀ। ਅਗਲੇ ਦਿਨ ਕੀ ਬਿਆਨ ਆਉਂਦਾ ਹੈ? ਅਗਲੇ ਦਿਨ ਕਾਂਗਰਸੀ ਲੀਡਰਾਂ ਦੇ, ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਆਉਂਦੇ ਆ, ਕੈਪਟਨ ਸਲੇਮਜ਼ ਲਿਮਟਿਡ ਸਕੂਪ ਆਫ CBI ਪ੍ਰੋਬ। ਇਹ ਕਹਿੰਦਾ ਵੀ ਇਹ ਅੱਧੀ ਕਿਉਂ ਦਿੱਤੀ, ਪੂਰੀ ਕਿਉਂ ਨਹੀਂ ਦਿੱਤੀ, ਗੋਲੀ ਕਾਂਡ ਵੀ ਕਿਉਂ ਨਹੀਂ ਦਿੱਤੀ। ਜਿਹੜੀ ਕਹਿੰਦੇ ਆ ਨਾ ਬੇਅਦਬੀ ਦਾ ਕੇਸ ਡਿਲੇ ਕਿਉਂ ਕਰਾਇਆ, ਡਿਲੇ ਤਾਂ ਇਹਨਾਂ ਨੇ ਕਰਾਇਆ। ਜੇ ਨਾ ਉਦੋਂ ਕਹਿੰਦੇ CBI ਨੂੰ ਤੇ ਨਾ ਅਸੀਂ ਦਿੰਦੇ ਤੇ ਸ਼ਾਇਦ ਇੱਥੇ ਹੱਲ ਨਿਕਲ ਆਉਂਦਾ। ਫਿਰ ਉਦੋਂ ਬਾਅਦ ਟਿਕੇ ਨਹੀਂ ਇਹ। ਮੈਂ ਤੁਹਾਨੂੰ ਅਖੀਰਲੀ ਗੱਲ ਤੇ ਲੈ ਚੱਲਾਂ। ਆ ਕੋਟਕਪੂਰਾ ਗੋਲੀ ਕਾਂਡ ਜਾਂਚ CBI ਹਵਾਲੇ ਨਾ ਕਰਨ ਤੇ ਸਿੱਖ ਜਥੇਬੰਦੀਆਂ ਔਖੀਆਂ। ਆ ਦਾਦੂਵਾਲ, ਪੰਥਪ੍ਰੀਤ, ਫਲਾਨਾ ਧੌਂਕਾ ਸਭ ਇਹ ਖੂਨ ਦੇ ਬਾਟੇ ਲੈ ਕੇ ਆਏ ਸੀ ਕਿ ਸਾਡੀ ਇਹ ਸਾਰੀ CBI ਨੂੰ ਦਿਓ। ਉਸ ਤੋਂ ਬਾਅਦ ਰਾਹੁਲ ਗਾਂਧੀ ਸਾਹਿਬ ਆਏ ਆ, ਇਹ ਅਫਸੋਸ ਕਰਨ ਜਿਹੜੇ 2 ਸਿੰਘ ਸ਼ਹੀਦ ਹੋ ਗਏ ਸੀ, ਇਹਨਾਂ ਨੇ ਵੀ ਕਿਹਾ ਵੀ CBI ਨੂੰ ਦਿਓ ਸਾਰੀ ਤੁਸੀਂ। ਉਸ ਤੋਂ ਬਾਅਦ ਇੱਥੇ ਨਹੀਂ ਰੁਕੇ ਗਏ, ਮਾਣਯੋਗ ਰਾਸ਼ਟਰਪਤੀ ਕੋਲੇ ਵੀ ਗਏ ਵੀ ਸਾਰੀ ਦੀ ਸਾਰੀ CBI ਨੂੰ ਦਿਓ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਓ। ਭਾਈ ਜਿਹੜੀ ਗੱਲ ਤੁਸੀਂ 22/11/2015 ਨੂੰ ਕਹਿੰਦੇ ਸੀ ਤੇ ਅਸੀਂ ਵਿਧਾਨ ਸਭਾ 'ਚ ਮਤਾ ਲਿਆਂਦਾ ਵੀ ਤੁਸੀਂ ਫਿਰ ਇਹੀ ਮੰਨ ਲਓ ਵੀ ਨਾ CBI ਨੂੰ, ਤੁਸੀਂ CBI ਨੂੰ ਉਹ ਨਹੀਂ ਮੰਨਦੇ ਸੀ, ਅਸੀਂ ਵੀ ਖਾਰਜ ਕਰਤੀ ਕਿਉਂਕਿ ਉਹਨਾਂ ਨੇ ਕੈਂਸਲੇਸ਼ਨ ਰਿਪੋਰਟ ਦਿੱਤੀ। ਕੁੰਵਰ ਵਿਜੇ ਪ੍ਰਤਾਪ ਦੀ ਗੋਲੀ ਵਾਲੇ ਕਾਂਡ ਦੀ ਸੀਗੀ, ਔਰ ਦੂਜੀ ਜਿਹੜੀ ਸੀਗੀ ਜਿਹੜੀ ਬਣਾਈ ਹੋਈ ਪੰਜਾਬ ਦੀ, ਉਹ ਵੀ ਅਸੀਂ ਵੀ ਰੱਦ ਕਰਦੇ ਸੀ ਵੀ ਇਹ ਤਾਂ ਫਿਰ ਪੱਖਪਾਤ ਹੀ ਹੋ ਗਿਆ ਵੀ ਇਸ ਕਰਕੇ ਮਾਣਯੋਗ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾ ਲਓ। ਇਹਨਾਂ ਨੇ ਇਹ ਵੀ ਮਤਾ ਰੱਦ ਕਰਤਾ। ਇਸ ਕਰਕੇ ਇਸ ਕੇਸ ਦੇ ਉੱਤੇ ਸਿਰਫ ਤੇ ਸਿਰਫ ਜਿਹੜੀ ਹੈ ਰਾਜਨੀਤੀ ਹੋ ਰਹੀ ਹੈ। ਵਿਰੋਧੀ ਧਿਰ ਇਹ ਕਹਿ ਰਹੀ ਹੈ, ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਵੀ ਕਿਤੇ ਨਾ ਕਿਤੇ ਐਡਵੋਕੇਟ ਜਿਹੜੇ ਸੀ ਉਹ ਹਾਇਰ ਨਹੀਂ ਕੀਤੇ ਗਏ, ਜਿਹੜੇ ਕਿ ਹਾਇਰ ਕੀਤੇ ਜਾਣੇ ਚਾਹੀਦੇ ਸੀ। ਯਾਨੀ ਕਿ ਜਿਹੜੇ ਗੈਂਗਸਟਰ, ਜਿਹੜੇ ਮੁਖਤਾਰ ਅੰਸਾਰੀ ਦੀ ਵਾਰੀ ਗੱਲ ਕਰਾਂ ਤਾਂ ਉਹਨਾਂ ਦੇ ਬਾਰੇ ਜਿਹੜੇ ਬਹੁਤ ਵੱਡਾ ਜਿਹੜਾ ਖਰਚਾ ਕੀਤਾ ਜਾਂਦਾ, ਪਰ ਜਿਹੜੇ ਐਡਵੋਕੇਟ ਹਾਇਰ ਕਰਨੇ ਚਾਹੀਦੇ ਸੀ ਗੁਰੂ ਦੀ ਬੇਅਦਬੀ ਕਰਕੇ ਵੀ, ਉਹ ਹਾਇਰ ਹੀ ਨਹੀਂ ਕੀਤੇ ਜਾਂਦੇ। ਜਿੰਨਾ ਝੂਠ ਆਮ ਆਦਮੀ ਪਾਰਟੀ ਮਾਰਦੀ ਹੈ, ਮੇਰਾ ਖਿਆਲ ਕੋਈ ਨਹੀਂ ਮਾਰਦਾ। ਮੈਂ ਇੱਕ ਬੇਨਤੀ ਕਰਦਿਆਂ, 5.5 ਕਰੋੜ ਰੁਪਈਆ ਆ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਨੂੰ ਨਾ, ਕੁੰਵਰ ਵਿਜੇ ਪ੍ਰਤਾਪ ਨੂੰ ਰਿਪੋਰਟ ਨੂੰ ਬਚਾਉਣ ਲਈ 5.5 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਖਰਚਿਆ। 55 ਲੱਖ ਦੀ ਇੱਕ ਪੇਸ਼ੀ ਪੈਂਦੀ ਰਹੀ ਹੈ। ਹਿੰਦੁਸਤਾਨ ਦਾ ਟੌਪ ਦਾ ਜਿਹੜਾ, ਜੇ ਕ੍ਰਿਮੀਨਲ ਕੇਸਾਂ ਦੇ ਵਿੱਚ ਜੇ ਟੌਪ ਦੇ ਵਕੀਲ 5 ਗਿਣ ਲਈਏ ਤੇ 5 ਦੇ ਵਿੱਚ ਦੂਜੇ ਥਾਂ ਤੇ ਆਉਂਦਾ ਸਿਧਾਰਥ ਲੂਥਰਾ ਦਾ ਨਾਂ, ਜਿਹੜੇ ਬੰਦੇ ਨੂੰ ਇਹ ਪੇਸ਼ ਕਰਦੇ ਰਹੇ ਆ। ਅਸੀਂ ਤਾਂ ਇਹ ਨੇ ਵੀ ਇਹ ਖਜ਼ਾਨਾ ਲਟਾਉਂਦੇ ਕਿਉਂ ਰਹੇ ਝੂਠੀ ਇਸ ਰਿਪੋਰਟ ਨੂੰ, ਕਿਉਂਕਿ ਪਤਾ ਸੀ ਕਿ ਜਾਂ ਕੇਸ ਨਹੀਂ ਸਹੀ ਬਣਦਾ। ਝੂਠੀ ਰਿਪੋਰਟ ਨੂੰ ਦਬਾਉਣ ਦੇ ਲਈ, ਖੜੀ ਕਰਨ ਦੇ ਲਈ ਉਲਟਾ 5.5 ਕਰੋੜ ਰੁਪਈਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਖਰਚਤਾ। ਇਸ ਕਰਕੇ ਇਹ ਬਿਲਕੁਲ ਝੂਠੀਆਂ ਗੱਲਾਂ ਨੇ। ਔਰ ਇਹ ਫਿਰ ਵੀ ਇਕੱਲੇ ਗੋਲੀ ਕਾਂਡ ਦਾ ਹੀ ਸੀ। ਮੈਂ ਇੱਕ ਦੱਸ ਦਿਆਂ, ਇਹ ਜਿਹੜਾ ਕੁੰਵਰ ਵਿਜੇ ਪ੍ਰਤਾਪ 5 ਜਣਿਆਂ ਦੀ ਸਿੱਟ ਸੀਗੀ, 4 ਅਫਸਰਾਂ ਨੇ ਲਿਖ ਕੇ ਦੇਤਾ ਵੀ ਅਸੀਂ ਇਹਦੇ ਨਾਲ ਕੰਮ ਨਹੀਂ ਕਰਨਾ। ਇਹ ਸਿੱਟ ਕਾਹਦੀ ਰਹਿ ਗਈ? ਤਾਂ 1 ਮੈਨ ਸ਼ੋਅ ਸੀਗਾ। ਉਦੋਂ ਬਾਅਦ ਆ ਜਾਓ, ਇਹਨੇ 2 ਕੇਸ ਪਹਿਲਾਂ ਕੀਤੇ ਜਿਹਦੇ ਕਰਕੇ ਇਹਦੀ ਮਸ਼ਹੂਰੀ ਮੀਡੀਆ ਨੇ ਕੀਤੀ, ਕਿਡਨੀ ਸਕੈਮ ਤੇ ਸੈਕਸ ਸਕੈਂਡਲ। ਦੋਨੋਂ ਕੇਸਾਂ ਦੇ ਵਿੱਚ ਇਹਨੇ ਗਵਾਹੀ ਦਿੱਤੀ ਪਰ ਕੇਸ ਦੋਨੋਂ ਬਰੀ ਹੋ ਗਏ। ਇਹਨੂੰ ਇੱਕ ਪਹਿਲਾਂ ਵੀ ਇਸੇ ਤਰ੍ਹਾਂ ਗਲਤ ਰਿਪੋਰਟ ਹਾਈ ਕੋਰਟ 'ਚ ਪੇਸ਼ ਕਰਤੀ ਸੀ। ਜਸਟਿਸ ਕੌਲ ਅੱਜ ਕੱਲ੍ਹ ਸੁਪਰੀਮ ਕੋਰਟ ਨੇ 5000 ਰੁਪਈਆ ਜੁਰਮਾਨਾ ਕੀਤਾ, ਭਰੀ ਕੋਰਟ ਦੇ ਵਿੱਚ ਮਾਫੀ ਮੰਗਾਈ, ਨਹੀਂ ਤਾਂ ਸ਼ਾਇਦ ਇਹਦੇ ਖਿਲਾਫ ਪਰਚਾ ਦਰਜ ਕਰ ਦਿੰਦੇ। ਤੇ ਇਹ ਇਹੋ ਜਿਹੇ ਤਾਂ ਇਹਦੇ ਕੰਮ ਨੇ। ਫਿਰ ਜਿਹੜਾ ਮੁੱਖ ਗਵਾਹ ਸੀ ਸੁਰਜੀਤ ਸਿੰਘ, ਉਹ ਮਾਰਿਆ ਗਿਆ। ਜੇ ਮੁੱਖ ਗਵਾਹ ਮਾਰਿਆ ਜਾਂਦਾ ਤੁਸੀਂ ਉਹਦਾ ਪਰਚਾ ਤੱਕ ਦਰਜ ਨਹੀਂ ਕਰਾਉਂਦੇ। ਜਿਹੜੇ ਬੰਦਿਆਂ ਦਾ ਉਹ ਨਾਂ ਲੈ ਰਹੇ ਆ, ਉਹਦੀ ਘਰ ਵਾਲੀ ਵਿਲਕ ਕੇ ਮਰ ਗਈ, ਇੱਥੇ ਵਿਧਾਨ ਸਭਾ ਤੱਕ ਆਈ ਜਦੋਂ ਸੈਸ਼ਨ ਚੱਲਦਾ ਸੀ, ਤੇ ਇਹਨੇ ਕੋਈ ਨਹੀਂ ਕੀਤਾ। ਦੂਜਾ ਮੁੱਖ ਗਵਾਹ ਸੀ ਜਿਹੜਾ ਮੱਲ ਕੇ ਪਿੰਡ ਦਾ, ਉਹਨੂੰ ਕਿਸੇ ਨੇ ਸਿਕਿਉਰਿਟੀ ਨਹੀਂ ਦਿੱਤੀ। ਮੈਨੂੰ ਸਗੋਂ ਦੀ ਹੁਣ ਵੀ ਉਹ ਅਪਰੋਚ ਕਰ ਰਿਹਾ ਕਿ ਸਾਨੂੰ ਹੁਣ ਵੀ ਕਦੇ ਹੋਮਗਾਰਡ ਵਾਲਾ ਇੱਕ ਤਾਂ ਦੇ ਦਿੰਦੇ, ਨਹੀਂ ਤਾਂ ਨਹੀਂ ਦਿੰਦੇ। ਮਾਣਯੋਗ ਹਾਈ ਕੋਰਟ ਆਉਣਾ ਪਿਆ ਸਿਕਿਉਰਿਟੀ ਦੇ ਲਈ। ਇਸ ਕਰਕੇ ਜੇ ਗੋਲੀ ਕਾਂਡ ਦੀ ਤੇਰੇ ਕੋਲੇ ਜਾਂਚ ਸੀਗੀ ਤਾਂ ਜਿਹੜੇ ਮੁੱਖ ਗਵਾਹ ਹੈ, ਜੇ ਤੁਸੀਂ ਉਹਨਾਂ ਨੂੰ ਹਿਫਾਜ਼ਤ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਕਿਹਦੀ ਕਰੋਗੇ? ਇਸ ਕਰਕੇ IG ਕੁੰਵਰ ਵਿਜੇ ਪ੍ਰਤਾਪ ਨੇ ਸਿਰਫ ਸਿਆਸਤ ਕਰਨੀ ਹੈ। ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰ ਲੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿੱਥੇ ਮਰਜ਼ੀ ਆ ਕੇ ਇਲੈਕਸ਼ਨ ਲੜ ਲੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਘੱਟੋ ਘੱਟ ਸਰਕਾਰੀ ਅਫਸਰ
ਕਦੇ ਵੀ ਇਸ ਤਰ੍ਹਾਂ ਪੋਲੀਟੀਕਲ ਜਿਹੜੀਆਂ ਇੰਟਰਵਿਊਆਂ ਜਾਂ ਪੋਲੀਟੀਕਲ ਕਿਸੇ ਨੂੰ ਨਿਸ਼ਾਨਾ ਬਣਾ ਕੇ ਜਿਹੜਾ ਉਹ ਨਹੀਂ ਚੱਲ ਸਕਦਾ, ਜਿਹੜਾ ਕੁੰਵਰ ਵਿਜੇ ਪ੍ਰਤਾਪ ਚੱਲਦਾ ਰਿਹਾ। ਭਾਈ ਕੁੰਵਰ ਵਿਜੇ ਪ੍ਰਤਾਪ ਜੀ ਇੰਟਰਵਿਊ ਦੀ ਗੱਲ ਕਰੀਏ, ਉਹ ਇੰਟਰਵਿਊ ਦੇ ਵਿੱਚ ਵੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਮੈਨੂੰ ਤਾਂ ਉੱਤੋਂ ਦਬਾਅ ਬਹੁਤ ਸੀਗਾ, ਮੈਨੂੰ ਕੋਈ ਕਾਲਸ ਵੀ ਆਈਆਂ ਕਿ ਤੈਨੂੰ ਜਾਨੋਂ ਮਾਰ ਦਾਂਗੇ। ਇਹੀ ਗੱਲ ਇਹਨੇ ਮਹਿਕਮੇ 'ਚ ਲਿਖ ਕੇ ਦਿੱਤਾ, ਔਰ ਮਹਿਕਮੇ 'ਚ ਲਿਖਣ ਤੋਂ ਬਾਅਦ ਉਹਨੇ ਕੇਸ ਪਾਇਆ ਸਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਰਟ ਦੇ ਵਿੱਚ, ਤੇ ਕੋਰਟ ਨੇ ਵਗਾ ਕੇ ਮਾਰਿਆ, ਕਹਿੰਦੇ ਤੂੰ ਸਿਆਸਤ ਬਾਹਰ ਕਰ, ਇੱਥੇ ਸਿਆਸਤ ਨਹੀਂ ਕੋਰਟ 'ਚ ਚੱਲਣੀ। ਇਸ ਕਰਕੇ ਇਹ ਬੰਦਾ ਬਿਨਾਂ ਕਿਸੇ ਗੱਲ ਤੋਂ ਕੋਈ ਸਬੂਤ ਤਾਂ ਪੇਸ਼ ਕਰੇ ਨਾ ਕਿ ਕਿਹਦੀ ਕਾਲ ਆਈ। ਐਡਾ ਮੈਂ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਔਰ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ, ਕਦੇ ਗਵਰਨਰ ਨੂੰ ਮਿਲਦਾ, ਗਵਰਨਰ ਦੀਆਂ ਤਾਰਾਂ ਕਿੱਥੇ ਜੁੜਦੀਆਂ, ਹੁਣ ਤੁਸੀਂ ਪੰਜਾਬ ਦੇ ਲੋਕ ਤੇ ਤੁਸੀਂ ਵੀ ਸਾਰੇ ਜਾਣਦੇ ਹੋ, ਕਦੇ ਕਿਸੇ ਨੂੰ ਮਿਲਦਾ, ਕਦੇ ਕਿਸੇ ਨੂੰ ਮਿਲਦਾ, ਕਦੇ ਕੋਈ ਹੋਰ ਅਫਸਰ ਇਹਦੇ ਵਾਂਗੂ ਪ੍ਰੈਸ ਕਾਨਫਰੰਸਾਂ ਕਰਦਾ ਦੇਖਿਆ ਕੋਈ ਪੰਜਾਬ 'ਚ? ਇਹ ਇਕੱਲਾ ਹੀ ਆ ਗਿਆ ਜਿਹੜਾ ਕੋਈ ਬਹੁਤ ਸੱਚਾ ਸੁੱਚਾ। ਇਸ ਕਰਕੇ ਇਹ ਜਿਹੜਾ ਬੰਦਾ, ਮੇਰਾ ਖਿਆਲ ਹੈ ਕਿ ਇਹਨੇ ਸਿਆਸਤ ਕਰਨੀ ਹੈ, ਸਾਨੂੰ ਕੀ ਇਤਰਾਜ਼ ਆ, ਕਰ ਲੈ ਨਾ। ਹੁਣ ਅਸਤੀਫਾ ਦੇਤਾ, ਪਤਾ ਲੱਗ ਜੂਗਾ ਕਿ ਕਿੱਥੋਂ ਇਲੈਕਸ਼ਨ ਲੜਦਾ, ਕੀ ਕਰਦਾ। ਬਹਿਬਲ ਕਲਾਂ ਜਾਂ ਕੋਟਕਪੂਰਾ ਗੋਲੀकांड ਦੀ ਜੇ ਗੱਲ ਕਰੀਏ, ਤੁਹਾਨੂੰ ਲੱਗਦਾ ਵੀ ਹਾਂ ਪੱਖੀ ਜਾਂਚ ਹੋਈ ਹੈ? ਜੇ ਹਾਂ ਪੱਖੀ ਹੁੰਦੀ, ਮੇਰੀ ਇੱਕ ਬੇਨਤੀ ਹੈ, ਜੇ ਹਾਂ ਪੱਖੀ ਹੁੰਦੀ ਤਾਂ ਮਾਨਯੋਗ ਹਾਈ ਕੋਰਟ ਉਹਨੂੰ ਵਗਾ ਕੇ ਕਿਉਂ ਮਾਰਦੀ? ਅੰਦਾਜ਼ਾ ਲਾਓ ਨਾ, ਹਾਈ ਕੋਰਟ ਦੀ ਭਰੀ ਕਚਹਿਰੀ ਦੇ ਵਿੱਚ ਮਾਨਯੋਗ ਜਸਟਿਸ ਸਾਹਿਬ ਨੇ ਕਿਹਾ ਕਿ ਇਸ ਸਾਰੀ ਜਾਂਚ ਦੇ ਵਿੱਚੋਂ ਜਿਹੜੀ ਹੈਗੀ ਆ ਪੋਲੀਟੀਕਲ ਸਮੈਲ ਆਉਂਦੀ ਹੈ, ਤੇ ਫਿਰ ਕਿਉਂ ਇਹ ਤੁਹਾਡੇ ਸਾਹਮਣੇ ਆ ਸਾਰਾ ਕੁਝ। ਧੰਨਵਾਦ ਬਰਾੜ ਸਾਹਿਬ ਤੁਹਾਡਾ। ਸੋ ਇਹ ਸਨ ਚਰਨਜੀਤ ਸਿੰਘ ਬਰਾੜ, ਜਿਨ੍ਹਾਂ ਦਾ ਕਹਿਣਾ ਸੀਗਾ ਕਿ ਜੋ ਦੁੱਧ ਦਾ ਦੁੱਧ ਸੀ ਉਹ ਪਾਣੀ ਦਾ ਪਾਣੀ, ਜੋ ਜਿਵੇਂ ਸੁਖਬੀਰ ਸਿੰਘ ਬਾਦਲ ਜੀ ਆਪਣੀ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਉਹ ਸਾਫ਼ ਤੌਰ ਤੇ ਲੋਕਾਂ ਦੇ ਸਾਹਮਣੇ ਆ ਹੀ ਗਿਆ ਆ। ਉਮੀਦ ਕਰਦੇ ਦੋਸਤੋ ਨਹੀਂ, ਮੈਂ ਵਿੱਚੋਂ ਟੋਕ ਦਿਆਂ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਆਇਆਗਾ। ਇਹ ਕਿਰਪਾ ਕਰਕੇ ਮੈਂ ਤੁਹਾਨੂੰ ਫੇਰ ਕਹਿ ਦਿਆਂ ਕਿ ਗਲਤ ਬਿਆਨੀ ਨਾ ਕਰੀਏ। ਅਸੀਂ ਤਾਂ ਆਪ ਉਡੀਕਦੇ ਹਾਂ ਕਿ ਜਿਹੜੇ ਗੁਰੂ ਸਾਹਿਬ ਦੇ ਦੋਖੀ ਉਹ ਵੀ ਫੜੇ ਜਾਣ, ਜਿਹੜੇ ਗੋਲੀकांड ਦੇ ਦੋਖੀ ਆ ਉਹ ਵੀ ਫੜੇ ਜਾਣ, ਪਰ ਸਿਆਸਤ ਨਾ ਹੋਵੇ, ਬਿਲਕੁਲ ਸਹੀ ਜਿਹੜੇ ਦੋਸ਼ੀ ਹੈ, ਦੋਖੀ ਆ, ਉਹ ਫੜੇ ਜਾਣ। ਬਿਲਕੁਲ। ਸੋ ਜਿਵੇਂ ਕਹਿਣਾ ਹੈ ਕਿ ਸਿਆਸਤ ਜਿਹੜੀ ਹੈ ਹਰੇਕ ਮੁੱਦੇ ਤੇ ਲੈ ਕੇ ਕੀਤੀ ਜਾਂਦੀ ਹੈ, ਚਾਹੇ ਉਹ ਬਹਿਬਲ ਕਲਾਂ ਜਾਂ ਕੋਟਕਪੂਰਾ ਗੋਲੀकांड ਹੋਵੇ, ਅਕਸਰ ਇਸ ਦੇ ਉੱਤੇ ਵੀ ਜਿਹੜੀ ਸਿਆਸਤ, ਸਿਆਸੀ ਰੋਟੀ ਜਿਹੜੀਆਂ ਅਕਸਰ ਸਿਆਸੀ ਪਾਰਟੀ ਵੱਲੋਂ ਸੇਕੀ ਜਾਂਦੀਆਂ ਨੇ। ਉਮੀਦ ਕਰਦੇ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਨਿਰਪੱਖ ਪੋਸ਼ਣ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।